ਇਨਕੁਆਰੀ ਦਿੱਤੀ ਸੀ ਉਹਨਾਂ ਨੇ ਕੁਛ ਉਹਦੇ ਵਿੱਚ ਬੇਨਿਯਮੀਆਂ ਸੀਗੀਆਂ, ਉਹਦੀ ਪੜਤਾਲ ਮੈਂ ਕਰ ਦਿੱਤੀ ਸੀ। ਜਿਵੇਂ ਇਹਨਾਂ ਨੇ ਕਿਹਾ ਸੀ ਸੱਚਾਈ ਤੇ ਕਰਨੀ ਤਾਂ ਸੱਚਾਈ ਤੇ ਕਰ ਦਿੱਤੀ ਸੀ। ਕਾਫੀ ਉਹਦੇ ਵਿੱਚ IAS ਅਫਸਰ ਤੇ ਮੰਤਰੀ ਜਿਹੜਾ ਭਗਤ ਪੂਰਨਾਸ਼ ਉਹਦਾ ਵੀ ਇਨਵੋਲਵਮੈਂਟ ਸੀ, ਉਹਦਾ ਵੀ ਵਿੱਚ ਜ਼ਿਕਰ ਹੋ ਗਿਆ ਸੀ ਸਾਰਾ ਕੁਝ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਰੋਲ ਸੀਗਾ ਉਹ ਇਹਨਾਂ ਨੇ ਮੇਰੇ ਮੁਤਾਬਕ ਤਾਂ ਠੀਕ ਨਹੀਂ ਨਿਭਾਇਆ, ਚੁੱਪ ਕਰ ਗਏ। ਨਾ ਹੀ ਉਹ ਫਾਈਲ ਉਸ ਤੋਂ ਬਾਅਦ ਲਾਸਟ ਇਹਨਾਂ ਦੇ ਦਫ਼ਤਰ ਤੋਂ ਬਾਅਦ ਕਿਤੇ ਪਤਾ ਲੱਗਿਆ ਕਿੱਥੇ ਗਈ ਹੈ। ਉਹ ਅੱਜ ਫਾਈਲ ਨਾ ਤਾਂ ਸਿੱਧੂ ਸਾਹਿਬ ਤੋਂ ਲੱਭਦੀ ਹੈ ਨਾ ਵਿਭਾਗ ਦੇ ਵਿੱਚ ਲੱਭਦੀ। ਕੋਈ ਗੱਲ ਨਹੀਂ ਜੀ, ਇਹਨਾਂ ਕੋਲ ਨਾ ਲੱਭੇ, ਮੇਰੇ ਕੋਲ ਸਾਰੀ ਫਾਈਲ ਹੈਗੀ ਆ। ਇੱਕ ਚੀਜ਼ ਇੱਕ ਪੇਜ ਮੈਂ ਸੰਭਾਲਿਆ ਹੋਇਆ। ਇਮਾਨਦਾਰੀ ਜਾਂ ਮਤਲਬ ਪੰਜਾਬ ਦੇ ਪਿਆਰ ਦੀਆਂ ਗੱਲਾਂ ਕਰਦੇ ਉਹ ਸਭ 'ਚ ਸਾਰੇ ਲੀਡਰ ਇੱਕੋ ਜਿਹੇ ਹੈ। ਜੇ ਕਾਂਗਰਸ ਅਤੇ ਅਕਾਲੀਆਂ ਨੂੰ ਨਵਜੋਤ ਸਿੰਘ ਸਿੱਧੂ ਕੈਪਟਨ ਪਰਿਵਾਰ ਨੂੰ ਤੇ ਬਾਦਲ ਪਰਿਵਾਰ ਨੂੰ ਨਿੰਦਦੇ ਹੈ ਤੇ ਆਪ ਦਾ ਵਿੱਚ ਝਾਤੀ ਮਾਰ ਲੈਣ। ਇਹਨਾਂ ਨੇ 20-25 ਸਾਲ ਦਾ ਇਹਨਾਂ ਦਾ ਮਤਲਬ ਪੋਲੀਟੀਕਲ ਰਿਕਾਰਡ ਹੈਗਾ ਤੇ ਹੁਣ ਤੱਕ ਕਿੱਥੇ ਖੜੇ ਹੈ ਤੇ ਕਿਹੜੀ ਗੱਲ ਮਤਲਬ ਤੇ ਪੂਰੇ ਆਏ ਹੈ ਤਾਂ ਸਾਰੇ ਹਰੇਕ ਥਾਂ ਜਿਹੜੀਆਂ ਠੱਗੀਆਂ ਚਲਾਈਆਂ ਹੋਈਆਂ। ਜਿੰਨੇ ਇਹਨਾਂ ਦੇ ਮੰਤਰੀ MLA ਹੈ, ਕੋਈ ਸ਼ਰਾਬ ਵੇਚੀ ਜਾਂਦਾ, ਕੋਈ ਹੋਰ ਮਤਲਬ ਠੱਗੀਆਂ ਤੇ ਲੱਗਿਆ ਹੋਇਆ, ਲੁੱਟਣ ਦੇ ਲੱਕ ਬੰਨਿਆ ਹੋਇਆ ਇਹਨਾਂ ਸਾਰਿਆਂ ਨੇ। ਆਸ਼ੂ ਬਾਰੇ ਮੇਰੇ ਕੋਲ ਬਹੁਤ ਸਬੂਤ ਨੇ। ਆਸ਼ੂ ਦੇ 4 ਕਤਲਾਂ ਦੇ ਸਬੂਤ ਨੇ। ਆਸ਼ੂ ਦੇ ਬੰਬ ਬਲਾਸਟ ਕਰਾਉਣ ਦਾ ਸਬੂਤ ਹੈ। ਆਸ਼ੂ ਇੱਕ ਐਡਾ ਗੰਦਾ ਔਰ ਭਿਆਨਕ ਚਿਹਰਾ ਹੈ ਮਤਲਬ ਕੈਬਨਿਟ ਵਿੱਚ, ਇਸ ਸਰਕਾਰ ਦੀ ਵਿੱਚ, ਜਿਹਨੂੰ ਕੀ ਪਤਾ ਨਹੀਂ ਕਾਂਗਰਸ ਕਿਵੇਂ ਉਹ ਬਰਦਾਸ਼ਤ ਕਰ ਰਹੀ ਹੈ। ਖਬਰਾਂ ਹੈ ਕਿ ਟੈਚੀਆਂ ਦੇ ਟੈਚੀ ਭਰ ਕੇ ਹਾਈ ਕਮਾਂਡ ਤੱਕ ਜਾਂਦੇ ਹੈ। ਰਾਹੁਲ ਪ੍ਰਿੰਕਾ ਦੇ ਘਰ ਤੱਕ ਸਿੱਧੀ ਉਹਦੀ ਪਹੁੰਚ ਹੈਗੀ ਹੈ। ਹਰ ਇੱਕ ਜਿਹੜਾ ਸੀਨੀਅਰ ਕਾਂਗਰਸ ਦਾ ਲੀਡਰ ਉਹਦੇ ਘਰੇ ਸਿੱਧੇ ਪੈਸੇ ਟੈਚੀ ਲੈ ਕੇ ਜਾਂਦਾ, ਫਿਰ ਉਹਨੂੰ ਕਿਹਨੇ ਪੁੱਛਣਾ। DGP ਸਾਹਿਬ ਦਿਨਕਰ ਸਾਹਿਬ ਕਹਿ ਰਹੇ ਸੀਗੇ ਕਿ ਜਿੰਨੇ ਗੈਂਗਸਟਰ ਸੀਗੇ ਉਹ ਲਾਸਟ ਸੀਗੇ ਜੈਪਾਲ ਭੁੱਲਰ ਤੱਕ ਉਹ ਖਤਮ ਕਰ ਦਿੱਤੇ ਕਿ ਨਹੀਂ, ਹੁਣ ਪੰਜਾਬ ਦੇ ਗੈਂਗਸਟਰ ਖਤਮ ਹੋ ਗਏ। ਨਹੀਂ ਜੀ, ਹੋਰ ਬਣਾ ਲੈਣਗੇ ਇਹ। ਪੁਲਿਸ ਵੀ ਨਾਲ ਹੀ ਰਲੀ ਹੋਈ ਸਾਡੀ। ਪੁਲਿਸ ਤੋਂ ਬਿਨਾਂ ਥੋੜ੍ਹਾ ਗੈਂਗਸਟਰ ਬਣਦੇ ਆ। ਸਿਸਟਮ ਹੈ ਜਿਹਦੇ ਵਿੱਚ ਮੇਨ ਰੋਲ ਹੈਗਾ ਜਿਹੜਾ ਹੈਗਾ ਪੋਲੀਟੀਸ਼ੀਅਨ ਹੈਗਾ, ਇਹਨਾਂ ਦੀ ਦੇਣ ਹੈ ਤੇ ਇਹਨਾਂ ਨੂੰ ਇਹਨਾਂ ਦੀ ਲੋੜ ਹੁੰਦੀ ਹੈ। ਲੋੜ ਪੈਣ ਤੇ ਇਹਨਾਂ ਨੂੰ ਯੂਜ਼ ਕੀਤਾ ਜਾਂਦਾ। ਫਿਰ ਉਸ ਤੋਂ ਬਾਅਦ ਪਹਿਲਾਂ ਛੁਡਾਇਆ ਜਾਂਦਾ ਥਾਣਿਆਂ 'ਚੋਂ ਤਾਂ ਕਿ ਵੱਡੇ ਹੋ ਜਾਣ। ਜਦੋਂ ਵੱਡੇ ਹੋ ਜਾਂਦੇ ਆ ਇਹਨਾਂ ਦੇ ਜਿਹੜੇ ਭੇਤ ਇਹਨਾਂ ਕੋਲ ਚਲੇ ਜਾਂਦੇ, ਫਿਰ ਅਖੀਰ ਤੇ ਆ ਕੇ ਇਹਨਾਂ ਨੂੰ ਖਤਮ ਕਰਵਾ ਦਿੱਤਾ ਜਾਂਦਾ ਤਾਂ ਕਿ ਇਹ ਜਿਹੜੇ ਕੋਈ ਭੇਤ ਜਿਹੜੇ ਹੈਗੇ ਉਹਨਾਂ ਦੇ ਨਾਲ ਹੀ ਦਫਨ ਹੋ ਜਾਣ। ਝੂਠੇ ਪਰਚੇ ਦਰਜ ਹੁੰਦੇ ਜਾਂ ਛੋਟੇ ਪਰਚੇ ਦਰਜ ਹੁੰਦੇ ਜਾਂ ਹਾਲਾਤ ਇਹੋ ਜਿਹੇ ਕ੍ਰੀਏਟ ਹੁੰਦੇ, ਫਿਰ ਹੀ ਕੋਈ ਘਰੋਂ ਭੱਜਦਾ ਤਾਂ ਫਿਰ ਹਾਲਾਤ ਇਹ ਪੈਦਾ ਹੁੰਦੇ ਆ। ਤਾਂ ਪੁਲਿਸ ਵੀ ਬਹੁਤ ਵੱਡਾ ਟੂਲ ਹੈ ਗੈਂਗਸਟਰ ਬਣਾਉਣ ਦੇ ਵਿੱਚ। ਫਿਰ ਮੈਂ ਕਹੂੰਗਾ ਟੂਲ ਹੈ, ਪੁਲਿਸ ਨਹੀਂ ਕਰਦੀ, ਪੁਲਿਸ ਤੋਂ ਕਰਵਾਇਆ ਜਾਂਦਾ। ਉਮੀਦ ਤਾਂ ਕਿਸੇ ਤੋਂ ਹੈ ਹੀ ਨਹੀਂ। ਅਖੀਰ ਤੇ ਆ ਕੇ ਆਪਾਂ ਸੋਚਦੇ ਸੀਗੇ ਵੀ ਚਲੋ ਕੋਰਟਾਂ 'ਚ ਇਨਸਾਫ ਮਿਲ ਜੂਗਾ। ਕੋਰਟਾਂ ਤਾਂ ਇਹਨਾਂ ਦੀਆਂ ਬਿਲਕੁਲ ਉਹ ਹੋ ਗਈਆਂ ਜਿਨ੍ਹਾਂ ਦੇ ਮੁਤਾਬਕ ਫੈਸਲੇ ਕਰਦੀਆਂ, ਇਹਨਾਂ ਦੇ ਮੁਤਾਬਕ ਚੱਲਦੀਆਂ। ਯਾਨੀ ਅਦਾਲਤਾਂ ਵੀ ਸਿਆਸਤ ਦੇ ਪ੍ਰਭਾਵ 'ਚ ਬਿਲਕੁਲ ਹੀ ਅਦਾਲਤਾਂ ਹੀ ਹੈ। ਪਿਛਲੀ ਵਾਰੀ ਇਹਨਾਂ ਨੇ ਬਚਾਉਣਾ ਸੀਗਾ ਬਾਦਲ ਵਾਲਿਆਂ ਨੂੰ, ਹੁਣ ਇਹਨਾਂ ਨੂੰ ਡਾਇਰੈਕਸ਼ਨ ਇਹੋ ਜਿਹੀਆਂ ਲੱਗਦੀਆਂ ਕਿ ਇਹਨਾਂ ਨੂੰ ਹੁਣ ਉਹਨਾਂ ਨੇ ਫੜ ਕੇ ਅੰਦਰ ਦੇਣਾ ਹੈਗਾ। ਹੁਣ ਉਹੋ ਜਿਹਾ ਫੈਸਲਾ ਕਰਾ ਲੈਣਗੇ, ਉਹੋ ਜਿਹੀ ਪੁਲਿਸ ਰਿਪੋਰਟ ਦੇ ਦੂਗੀ, ਉਹੋ ਜਿਹੀ ਅਦਾਲਤਾਂ ਮੰਨ ਲੈਣਗੀਆਂ। 6 ਮਹੀਨੇ ਤੋਂ ਬਾਅਦ ਤੁਸੀਂ ਸਸਪੈਂਡ ਨਹੀਂ ਕਰ ਸਕਦੇ, ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ। ਹਾਈ ਕੋਰਟ ਨੇ ਕੋਈ ਸੁਣਵਾਈ ਨਹੀਂ ਕੀਤੀ, ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਤੇ ਇਹਨਾਂ ਨੂੰ ਆਪਦੇ ਜਿਹੜੇ ਫੈਸਲੇ ਚਾਹੀਦੇ ਆ ਅੱਜ ਦਾਇਰ ਕਰਦੇ, ਸਵੇਰੇ ਇਹਨਾਂ ਦੇ ਹੱਕ 'ਚ ਹੁੰਦੇ ਆ। ਸਿਰਫ ਉਹਦਾ ਪਿੰਕੀ ਹੋਣਾ ਹੀ ਨਾਮ ਸੀ, ਉਸੇ ਕਰਕੇ ਕੇਸ ਰਜਿਸਟਰ ਹੋਏ, ਉਸੇ ਕਰਕੇ ਕੋਰਟਾਂ ਨੇ ਉਹਨੂੰ ਸਜ਼ਾ ਕਰ ਦਿੱਤਾ। ਉਹ ਉਸ ਕਤਲ ਦੀ ਸਜ਼ਾ ਭੁਗਤ ਕੇ ਆਇਆ ਜਿਹੜਾ ਉਹਨੇ ਕੀਤਾ ਹੀ ਨਹੀਂ ਹੈ। ਇਹੀ ਤਾਂ ਹੈ ਅੰਧੇਰ ਨਗਰੀ ਚੌਪਟ ਰਾਜਾ, ਜਦੋਂ ਅੰਨੀ ਪੀਂਦੀ ਹੈ ਤੇ ਕੁੱਤੇ ਚੱਟਦੇ ਆ, ਇਹ ਉਹ ਰਾਜ ਹੈ। ਸਕਾਈਡਲ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਅਸੀਂ ਤੁਹਾਡੇ ਕੋਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਪੁਣ ਛਾਣ। ਸਰਕਾਰ ਦੀ ਹਰ ਗੱਲ ਨੂੰ ਹਰੇਕ ਤਰੀਕੇ ਨਾਲ ਛਾਣ ਕੇ ਲੋਕਾਂ ਸਾਹਮਣੇ ਰੱਖਣਾ ਸਾਡੀ ਡਿਊਟੀ ਹੈ। ਉਸ ਡਿਊਟੀ ਨੂੰ ਲੈ ਕੇ ਅੱਜ ਜੋ ਬੜੇ ਚਰਚੇ ਹੋ ਰਹੇ ਨੇ, ਇੱਕ ਬਹੁਤ ਵੱਡੀ ਸ਼ਖਸੀਅਤ ਦੇ ਬਹੁਤ ਕਾਫੀ ਸਮਾਂ ਚੁੱਪ ਰਹਿਣ ਤੋਂ ਬਾਅਦ ਜਦੋਂ ਉਹ ਬੋਲੇ ਤਾਂ ਸਰਕਾਰ ਦੇ ਵਿੱਚ ਹਲਚਲ ਖੜੀ ਕਰ ਦਿੱਤੀ। ਹਾਈ ਕਮਾਂਡ ਤੱਕ ਨੂੰ ਐਕਸ਼ਨ ਲੈਣਾ ਪਿਆ। ਹਜੇ ਵੀ ਮਸਲਾ ਸੁਲਝਿਆ ਨਹੀਂ ਹੈ। ਸੁਲਝੇਗਾ ਕਦੋਂ ਜਾਂ ਸੁਲਝਾਉਣ ਦੀ ਕੋਸ਼ਿਸ਼ ਕਾਮਯਾਬ ਹੋਏਗੀ ਜਾਂ ਨਹੀਂ ਹੋਏਗੀ, ਇਹ ਹਜੇ ਭਵਿੱਖ ਦੇ ਗਰਭ ਦੇ ਵਿੱਚ ਹੈ। ਪਰ ਆਪਾਂ ਜਾਣਨਾ ਚਾਹਾਂਗੇ ਕਿ ਜੋ ਸ਼ਖਸੀਅਤ ਨਵਜੋਤ ਸਿੰਘ ਸਿੱਧੂ ਖੁਦ ਨੂੰ ਸਿਸਟਮ ਦੇ ਅਗੇਂਸਟ ਖੜਿਆ ਦੱਸਦੇ ਨੇ ਕਿ ਦੋ ਪਰਿਵਾਰਾਂ ਨੇ ਪੰਜਾਬ ਨੂੰ ਯਾਨੀ ਕਿ ਖਜ਼ਾਨੇ ਵੱਲੋਂ ਖਾਲੀ ਕਰਤਾ ਜਾਂ ਸਿਆਸਤ ਦੇ ਵਿੱਚ ਐਸਾ ਸਿਸਟਮ ਖੜਾ ਕਰਤਾ ਕਿ ਪੰਜਾਬ ਨਿਗਾਰ ਵੱਲ ਚੱਲਦਾ ਆ ਰਿਹਾ। ਬਹੁਤ ਸਾਰੇ ਵਿਭਾਗਾਂ ਦੇ ਨਾਮ ਲੈਂਦੇ ਨੇ ਉਹ। ਇੱਕ ਵਿਭਾਗ ਉਹਨਾਂ ਕੋਲੇ ਵੀ ਰਿਹਾ ਸਥਾਨਕ ਸਰਕਾਰਾਂ। ਉਸ ਸਮੇਂ ਉਹਨਾਂ ਨੇ ਕੀ ਕੀਤਾ ਜਾਂ ਉਸ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਰਹੀ, ਉਸ ਵਿਭਾਗ ਦੀ ਕਾਰਗੁਜ਼ਾਰੀ ਪ੍ਰਤੀ ਨਾਲ ਕਰਦੇ ਕੁਝ ਅਧਿਕਾਰੀ ਵੀ ਕੰਮ ਕਰਦੇ ਨੇ, ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ। ਕੁਝ ਮਾਮਲੇ ਇਸ ਤਰ੍ਹਾਂ ਹੁੰਦੇ ਜਿਸ 'ਤੇ ਇਨਕੁਆਰੀਆਂ ਬਿਠਾਈਆਂ ਜਾਂਦੀਆਂ। ਇਨਕੁਆਰੀ ਦੇ ਵਿੱਚ ਕੀ ਨਿਕਲਿਆ ਜਾਂ ਉਸ ਇਨਕੁਆਰੀ 'ਤੇ ਅੱਗੇ ਕੀ ਹੋਇਆ, ਇਸ ਸੰਬੰਧੀ ਕੁਝ ਚਰਚਾਵਾਂ ਸਵਾਲਾਂ ਦੇ ਘੇਰੇ 'ਚ ਨੇ। ਉਸ ਸੰਬੰਧੀ ਅਸੀਂ ਗੱਲ ਕਰਾਂਗੇ। ਸਾਡੇ ਨਾਲ DSP ਬਲਜਿੰਦਰ ਸਿੰਘ ਸੇਖੋਂ ਨੇ, ਜਿਨ੍ਹਾਂ ਸਿੱਧੂ ਸਾਹਿਬ ਦੇ ਕਾਰਜਕਾਲ ਦੇ ਵਿੱਚ ਜਦੋਂ ਮੰਤਰੀ ਸਨ ਉਦੋਂ ਲੁਧਿਆਣਾ ਦੀ ਇੱਕ ਯਾਨੀ ਫਲੈਟ ਘਟਾਲੇ ਦੀ ਇੱਕ ਮਾਮਲਾ ਆਇਆ ਸੀ, ਉਸ ਦੀ ਇਨਕੁਆਰੀ ਦੇ ਵਿੱਚ ਇਹਨੇ ਡਿਊਟੀ ਲੱਗੀ ਸੀ। ਉਹ ਇਨਕੁਆਰੀ ਅੱਜ ਵੀ ਯਾਨੀ ਕਿ ਫਾਈਲਾਂ ਦੇ ਵਿੱਚ ਬੰਦ ਹੈ। ਸਿੱਧੂ ਸਾਹਿਬ ਕਹਿ ਰਹੇ ਨੇ ਕਿ 17 ਸਾਲਾਂ ਤੋਂ ਇਹ ਮੰਗ ਕਰ ਰਹੇ ਨੇ ਕਿ ਸਰਕਾਰਾਂ
ਉਹਨਾਂ ਨੇ ਇੰਨੇ ਕੰਮ ਕਹੇ, ਕੈਬਨਿਟ ਦੇ ਵਿੱਚ ਪਹਿਲੇ ਵਾਰੀ ਸਵਾਲ ਖੜੇ ਕੀਤੇ, ਪਰ ਸਰਕਾਰ ਨੇ ਕੀ ਕਿਹਾ ਕਿ ਆਉਂਦੇ ਲਾਸਟ ਦੇ 6 ਮਹੀਨਿਆਂ ਵਿੱਚ ਕੰਮ ਕਰਾਂਗੇ। ਯਾਨੀ ਲੋਕਾਂ ਨੂੰ ਲੋਕ ਭਰਮਾਊ ਸਰਕਾਰਾਂ ਦੱਸ ਕੇ, ਲੀਡਰ ਦੱਸ ਕੇ, ਉਹ ਇੱਕ ਲੱਗਦਾ ਹੈ ਕਿ ਇੱਕ ਲੋਕਾਂ ਨੂੰ ਭੁਲੇਖਾ ਪਾ ਰਹੇ ਨੇ, ਪਰ ਜਿਨ੍ਹਾਂ ਨਾਲ ਕੰਮ ਕੀਤਾ ਉਹਨਾਂ ਦੇ ਪ੍ਰਤੀ ਵਿਚਾਰ ਕੁਝ ਵੱਖਰੇ ਨੇ। ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਸੇਖੋਂ ਸਾਹਿਬ, ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਬਹੁਤ ਬਹੁਤ। ਸੁਣਨ ਵਾਲੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਰਸ਼ਕਾਂ ਨੂੰ ਤੁਸੀਂ ਉਹ ਥੋੜ੍ਹੀ ਜਿਹੀ ਪੰਛੀ ਝਾਤ ਮਾਰ ਕੇ ਦੱਸੋ ਕਿ ਜਦੋਂ ਸਿੱਧੂ ਸਾਹਿਬ ਸਥਾਨਕ ਸਰਕਾਰਾਂ ਦੇ ਮੰਤਰੀ ਸਨ, ਤੁਹਾਨੂੰ ਇੱਕ ਇਨਕੁਆਇਰੀ ਸੌਂਪੀ ਗਈ ਸੀ, ਉਹ ਕੀ ਸੀ ਤੇ ਉਹਦੇ ਕੀ ਰਿਜ਼ਲਟ ਨਿਕਲੇ? ਉਦੋਂ ਮੈਂ ਉੱਥੇ ਤੈਨਾਤ ਸੀਗਾ ਲੋਕਲ ਬੋਡੀ DSP ਦੇ ਵਿੱਚ, ਤੇ ਮੈਨੂੰ ਇਨਕੁਆਇਰੀ ਦਿੱਤੀ ਸੀ ਉਹਨਾਂ ਨੇ। ਕੁਛ ਉਹਦੇ ਵਿੱਚ ਬੇਨਿਯਮੀਆਂ ਸੀਗੀਆਂ, ਉਹਦੀ ਪੜਤਾਲ ਮੈਂ ਕਰ ਦਿੱਤੀ ਸੀ। ਜਿਵੇਂ ਇਹਨਾਂ ਨੇ ਕਿਹਾ ਸੀ ਸੱਚਾਈ ਤੇ ਕਰਨੀ, ਤਾਂ ਸੱਚਾਈ ਤੇ ਕਰ ਦਿੱਤੀ ਸੀ। ਤੇ ਕਾਫੀ ਉਹਦੇ ਵਿੱਚ IAS ਅਫਸਰ ਤੇ ਮੰਤਰੀ ਜਿਹੜਾ ਭਾਰਤ ਭੂਸ਼ਣ ਉਹਦਾ ਵੀ ਇਨਵੋਲਵਮੈਂਟ ਸੀ, ਉਹਦਾ ਵੀ ਵਿੱਚ ਜ਼ਿਕਰ ਹੋ ਗਿਆ ਸੀ ਸਾਰਾ ਕੁਝ। ਪਰ ਉਸ ਤੋਂ ਬਾਅਦ ਜਿਹੜੀ ਹੈਗੀ ਹਾਲਾਤ ਚੇਂਜ ਹੋਏ, ਜਦੋਂ ਇਨਕੁਆਇਰੀ ਔਨ ਟੇਬਲ ਆਈ ਹੈ, ਮੇਰੇ ਵੱਲੋਂ ਪੁੱਟ ਆਫ ਹੋ ਗਈ, ਇੱਥੋਂ ਤੱਕ ਚਲੀ ਗਈ, ਸੈਕਟਰੀ ਨੇ ਅਪਰੂਵ ਕਰ ਦਿੱਤੀ, ਫਿਰ ਮੰਤਰੀ ਨਵਜੋਤ ਸਿੰਘ ਸਿੱਧੂ ਕੋਲ ਚਲੀ ਗਈ। ਇਹਨਾਂ ਨੇ ਵੀ ਆਪਣੀ ਬਰੀਕੀ ਨਾਲ ਛਾਣਬੀਣ ਕਰਕੇ ਜਾਂ ਆਪਣੀ ਤਸੱਲੀ ਕਰਕੇ ਇਹਨਾਂ ਨੇ ਵੀ ਅਪਰੂਵ ਕਰ ਦਿੱਤੀ। ਪਰ ਉਸ ਤੋਂ ਬਾਅਦ ਬਹੁਤ ਵੱਡਾ ਭੁਚਾਲ ਖੜਾ ਹੋਇਆ, ਤੇ ਫਿਰ ਉਹ ਇਹਨਾਂ ਦਾ ਮੰਤਰਾਲਾ ਵੀ ਬਦਲ ਗਿਆ, ਕਿਉਂਕਿ ਉਹਦੇ ਵਿੱਚ ਬਹੁਤ ਕੁਛ ਇਹੋ ਜਿਹਾ ਸੀ ਜਿਹੜਾ ਕਿ ਸਰਕਾਰ ਜਿਹੜੀ ਹੈਗੀ ਹੈ ਜਾਂ CM ਦਫ਼ਤਰ ਹੈ ਉਹਨੂੰ ਮਨਜ਼ੂਰ ਨਹੀਂ ਸੀ। ਤਾਂ ਉਹਦੇ 'ਚ ਇਹਨਾਂ ਦਾ ਵਿਭਾਗ ਵੀ ਬਦਲਿਆ ਗਿਆ, ਮੇਰੀ ਵੀ ਬਦਲੀ ਕਰ ਦਿੱਤੀ ਗਈ। ਬਹੁਤ ਵਾਰੀ ਹੋਈਆਂ ਗੱਲਾਂ ਇਹ। ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਰੋਲ ਸੀਗਾ, ਉਹ ਇਹਨਾਂ ਨੇ ਮੇਰੇ ਮੁਤਾਬਕ ਤਾਂ ਠੀਕ ਨਹੀਂ ਨਿਭਾਇਆ, ਚੁੱਪ ਕਰ ਗਏ। ਨਾ ਹੀ ਉਹ ਫਾਈਲ ਉਸ ਤੋਂ ਬਾਅਦ ਲਾਸਟ ਇਹਨਾਂ ਦੇ ਦਫ਼ਤਰ ਤੋਂ ਬਾਅਦ ਕਿਤੇ ਪਤਾ ਲੱਗਿਆ ਕਿੱਥੇ ਗਈ ਹੈ। ਹਾਲਾਂਕਿ ਦਫ਼ਤਰ ਕਲੇਮ ਕਰ ਰਿਹਾ ਕਿ ਫਾਈਲ ਨਵਜੋਤ ਸਿੰਘ ਸਿੱਧੂ ਤੋਂ ਵਾਪਸ ਹੀ ਨਹੀਂ ਆਈ। ਕਦੇ ਇਹਨਾਂ ਨੇ ਇਹ ਨਹੀਂ ਕਿਹਾ, ਕਿਤੇ ਪੈਰਵਾਈ ਕਰਕੇ ਪੁੱਛਿਆ ਹੋਵੇ ਵੀ ਮੈਂ ਫਾਈਲ ਫਲਾਣੇ ਬੰਦੇ ਨੂੰ ਦਿੱਤੀ ਸੀ ਜਾਂ ਕਿਸੇ ਹੋਰ ਅਫਸਰ ਨੂੰ ਜਾਂ ਕਿਸੇ ਨੂੰ ਮੈਂ ਅੱਗੇ ਪ੍ਰੋਵਾਈਡ ਕਰਾਈ, ਕੁਛ ਵੀ ਨਹੀਂ ਹੈ। ਤਾਂ ਫਾਈਲ ਜਿਹੜੀ ਉਦੋਂ ਬਾਅਦ ਮਿਸਿੰਗ ਹੈ। ਪਰ ਉਸ ਤੋਂ ਬਾਅਦ ਮਤਲਬ ਜਿਵੇਂ ਉਹ ਗੋਂਗਲੋਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈਗੀ, ਸਾਰੇ ਪਾਸੇ ਮਤਲਬ ਉਹਨੂੰ ਹਰੇਕ ਤਰੀਕੇ ਨਾਲ ਉਸ ਸਿਸਟਮ ਨੂੰ, ਉਸ ਇਨਕੁਆਇਰੀ ਨੂੰ ਦਬਾ ਕੇ ਤੇ ਸਮਾਂ ਪਾਸ ਕੀਤਾ ਜਾ ਰਿਹਾ। ਹਾਈ ਕੋਰਟ 'ਚ ਵੀ ਗਏ ਹੋਏ, ਦੇਖਦੇ ਕਿੰਨਾ ਚਿਰ ਇਹ ਚੀਜ਼ਾਂ ਚੱਲਣਗੀਆਂ। ਪਰ ਜਿਹੜਾ ਹੈਗਾ ਇਹਨਾਂ ਦਾ ਰੋਲ ਜਿਹੜਾ ਹੈਗਾ ਸੀ, ਉਸ ਤੋਂ ਬਾਅਦ ਚੁੱਪ ਕਰ ਜਾਣਾ ਤੇ ਫਿਰ ਕੋਈ ਪੈਰਵਾਈ ਨਾ ਕਰਨੀ, ਤੇ ਇਹ ਵੀ ਨਾ ਦੱਸਣਾ ਕਿ ਫਾਈਲ ਕਿੱਥੇ ਹੈ। ਇਹ ਸਾਰਾ ਕੁਝ ਸ਼ੱਕ ਦੇ ਘੇਰੇ 'ਚ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਊਗਾ, ਜਦੋਂ ਸਮਾਂ ਬਦਲੂਗਾ ਤੇ ਇਹਨਾਂ ਚੀਜ਼ਾਂ ਦੀ ਪੁੱਛ ਪੜਤਾਲ ਹੋਊਗੀ। ਜਾਂ ਜਦੋਂ ਇਹ ਹੁਣ ਲੱਗਦਾ ਕਿ ਇਹ ਕਾਫੀ ਅੱਜ ਕੱਲ੍ਹ ਫਿਰ ਸਰਗਰਮ ਹੋਏ ਆ, ਤਾਂ ਦੇਖ ਲੈਂਦੇ ਆਉਣ ਵਾਲੇ ਸਮੇਂ ਵਿੱਚ ਕੀ ਉਹਦੇ 'ਤੇ ਇਹ ਕਰਨਗੇ ਸਟੈਪ, ਤੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਹੋਊਗੀ ਜਾਂ ਜਿਹੜੀ ਜਾਣਕਾਰੀ ਹੋਊਗੀ ਲੋਕਾਂ ਨੂੰ, ਆਪ ਲੋਕਾਂ ਦੇ ਥਰੂ ਜਿਹੜੇ ਹੈਗੇ ਜ਼ਰੂਰ ਸਾਰੀ ਮੁਹੱਈਆ ਕਰਾਈ ਜਾਊਗੀ। ਤੁਹਾਡੀ ਗੱਲ ਤਸਦੀਕ ਕਰਦੀ ਹੈ ਕਿ ਸਿੱਧੂ ਸਾਹਿਬ ਦੇ ਜਿਹੜੇ ਮੰਤਰੀ ਦੇ ਕਾਰਜਕਾਲ ਦੌਰਾਨ ਜਿਹੜੀ ਤੁਹਾਨੂੰ ਇੱਕ ਡਿਊਟੀ ਲਗਾਈ ਗਈ ਸੀ, ਉਹਦਾ ਤੁਸੀਂ ਪੂਰਾ ਕੰਮ ਕੀਤਾ। ਮੇਰੇ ਸਾਹਮਣੇ 1400 ਪੰਨੇ ਦੀ ਰਿਪੋਰਟ ਬਣਾਈ ਸੀ ਤੁਸੀਂ। ਹਾਂਜੀ, ਇਹ 14-14.5 ਬੜੀ ਤਫਸੀਲ ਨਾਲ ਕੰਮ ਕੀਤਾ ਤੁਸੀਂ। ਪਰ ਉਹ ਅੱਜ ਫਾਈਲ ਨਾ ਤਾਂ ਸਿੱਧੂ ਸਾਹਿਬ ਤੋਂ ਲੱਭਦੀ ਹੈ, ਨਾ ਵਿਭਾਗ ਦੇ ਵਿੱਚ ਲੱਭਦੀ। ਕੋਈ ਗੱਲ ਨਹੀਂ ਜੀ, ਇਹਨਾਂ ਕੋਲ ਨਾ ਲੱਭੇ, ਮੇਰੇ ਕੋਲ ਸਾਰੀ ਫਾਈਲ ਹੈਗੀ ਆ। ਇੱਕ ਚੀਜ਼, ਇੱਕ ਪੇਜ ਮੈਂ ਸੰਭਾਲਿਆ ਹੋਇਆ, ਜੇ ਲੋੜ ਪੈਣ ਤੇ ਉਹ ਪੇਸ਼ ਵੀ ਕਰੂੰਗਾ, ਹਾਈ ਕੋਰਟ 'ਚ ਵੀ ਲੈ ਕੇ ਜਾਵਾਂਗੇ। ਇਹਨਾਂ ਨੂੰ ਨਹੀਂ ਲੱਭਦੀ, ਕੋਈ ਗੱਲ ਨਹੀਂ, ਮੇਰੇ ਕੋਲ ਹੈਗਾ ਸਭ ਕੁਝ ਉਹਦਾ। ਅੱਛਾ ਸੇਖੋਂ ਸਾਹਿਬ, ਇਹ ਤੁਹਾਡੀ ਗੱਲ ਇਹ ਵੀ ਪ੍ਰਭਾਵ ਦਿੰਦੀ ਹੈ ਕਿ ਜੋ ਸਿੱਧੂ ਸਾਹਿਬ ਅੱਜ ਬੜੀ ਉੱਚੀ ਸ਼ੋਰ ਨਾਲ ਕਹਿ ਰਹੇ ਨੇ ਕਿ ਸਿਸਟਮ ਖਰਾਬ ਹੈ, ਸਾਰੇ ਮੰਤਰੀ ਖਰਾਬ ਨੇ, ਜੇ ਮੈਂ ਤਾਂ ਸਿਸਟਮ ਨੂੰ ਸੁਧਾਰਨ ਵਾਸਤੇ ਬਿਨਾਂ ਅਹੁਦੇ ਤੋਂ ਵੀ ਕੰਮ ਕਰਨ ਨੂੰ ਤਿਆਰ ਹੈ। ਉਹਨਾਂ ਨੇ ਆਪਦੇ ਕਾਰਜਕਾਲ ਸਮੇਂ ਜਿਹੜੀ ਆਪਦੀ ਇੱਕ ਛੋਟੀ ਜਿਹੀ ਕਾਰਵਾਈ ਸੀ ਉਹ ਵੀ ਨਹੀਂ ਸਿਰੇ ਲਾਈ। ਦੇਖੋ, ਜਿਹੜਾ ਮਤਲਬ ਇਹਨਾਂ ਦਾ ਇਹ ਕਹਿਣਾ ਹੈ, ਇਹ ਤਾਂ ਆਉਣ ਵਾਲੇ ਸਮੇਂ 4.5 ਸਾਲ ਤੱਕ ਸਰਕਾਰ ਦਾ ਅੰਗ ਰਹੇ ਹੈ, 2.5 ਸਾਲ ਮੰਤਰੀ ਰਹੇ ਹੈ, ਉਸ ਤੋਂ ਬਾਅਦ ਅਗਲੇ 2 ਸਾਲਾਂ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਉਹਦੇ ਸਾਹਮਣੇ ਹੈ। ਤੇ ਇਸ ਟਾਈਮ 'ਚ ਜਦੋਂ ਕਿ ਇਹ ਬਹੁਤ ਵੱਡੀ ਉਥਲ ਪੁਥਲ ਚੱਲ ਰਹੀ ਹੈ, ਤੇ ਮੈਂ ਕੁਝ ਜ਼ਿਆਦਾ ਚਾਨਣੇ ਨਾ ਪਾ ਕੇ ਆਉਣ ਵਾਲੇ ਸਮੇਂ ਦੀ ਇੰਤਜ਼ਾਰ ਕਰਦੇ ਹਾਂ ਕਿ ਚਲੋ ਦੇਖ ਲੈਂਦੇ, ਹੋ ਸਕਦਾ ਇਹਨਾਂ ਨੂੰ ਕੋਈ ਹੁਣ ਪਾਵਰਫੁਲ ਹੀ ਕਰ ਦੇਣਗੇ, ਤਾਂ ਫਿਰ ਦੇਖ ਲਾਂਗੇ ਕਿ ਅਜੇ 6 ਮਹੀਨੇ ਜਿਹੜੇ ਰਹਿ ਗਏ ਉਹਨਾਂ 'ਚ ਆਉਣ ਵਾਲੇ ਪਹਿਲੇ 10-20 ਦਿਨਾਂ 'ਚ ਕੀ ਸਟੈਪ ਲੈਂਦੇ ਆ। ਹੁਣ ਤੱਕ ਤਾਂ ਇਹਨਾਂ ਦੇ ਵੱਸ ਨਹੀਂ ਸੀ, ਮੰਨ ਲੈਂਦੇ ਚਲੋ। ਯਾਨੀ ਕਿ ਕਹਿਣ ਦਾ ਮਤਲਬ ਇਹ ਹੈ ਕਿ ਜੇ ਹੁਣ ਸਿੱਧੂ ਸਾਹਿਬ ਨੂੰ ਕਿਸੇ ਢੰਗ ਨਾਲ ਹਾਈ ਕਮਾਂਡ ਜਿਹੜੀ ਹੁਣ ਤੱਕ ਗਤੀਵਿਧੀ ਹੈ, ਉਹ ਤਾਂ ਇਹੀ ਲੱਗ ਰਿਹਾ ਕਿ ਸਿੱਧੂ ਸਾਹਿਬ ਇੰਪੋਰਟੈਂਸ 'ਤੇ ਚੱਲ ਰਹੇ ਨੇ, ਕੈਪਟਨ ਸਾਹਿਬ 2nd ਨੰਬਰ 'ਤੇ ਚੱਲ ਰਹੇ ਨੇ, ਕਿਉਂਕਿ ਉਹਨਾਂ ਦੇ ਪ੍ਰਭਾਵ ਹੀ ਐਸਾ ਬਣਾਇਆ ਲੋਕਾਂ 'ਚ ਕਿ ਇਹ ਤਾਂ ਜੀ ਬਹੁਤ ਇਮਾਨਦਾਰ ਸ਼ਖਸ ਨੇ ਤੇ ਉਹ ਇੰਨਾ ਕੁਛ ਕੀਤਾ, ਪਰ ਸਰਕਾਰ ਨੇ ਕੁਛ ਕਰ ਨਹੀਂ ਦਿੱਤਾ। ਕਿ ਮੰਤਰੀ ਜਿਹੜੇ ਲਗਾਤਾਰ ਸਿਆਸਤ ਦੀ ਸੱਤਾ ਦੀ ਭੁੱਖ ਕਰਕੇ ਖਰਾਬ ਕਰ ਰਹੇ ਨੇ। ਮਗਰ ਇਹ ਵੀ ਕਾਫੀ ਸਮੇਂ ਤੋਂ ਸਿਆਸਤ ਦੇ ਨੇ, ਭਾਜਪਾ 'ਚ ਰਹੇ, ਹੁਣ ਕਾਂਗਰਸ 'ਚ ਆਏ। ਪਰ ਤੁਹਾਡੀ ਗੱਲ ਤਸਦੀਕ ਕਰਦੀ ਹੈ ਕਿ ਦੇਖਣਾ ਪੈਣਾ ਹਜੇ ਕੀ ਹੈ। ਇਸੇ ਦੇ ਨਾਲ ਤੁਹਾਡਾ ਇੱਕ ਹੋਰ ਮੰਤਰੀ ਨਾਲ ਵੀ ਕੁਛ ਵਾਹ ਵਾਸਤਾ ਰਿਹਾ ਹੈ ਇਹੋ ਜਿਹੇ ਕਰਪਸ਼ਨ ਦੇ ਮਾਮਲੇ ਦੇ ਵਿੱਚ, ਉਹਦੇ ਨਾਲ ਤੁਸੀਂ ਸਿੱਧੇ ਜੁੜੇ ਹੋਏ ਆ। ਉਹ ਕੀ ਮਾਮਲਾ ਸੀ? ਉਹ ਵੀ ਮਾਮਲਾ ਇੱਥੋਂ ਸ਼ੁਰੂ ਹੁੰਦਾ ਜੀ। ਇਸੇ ਕੇਸ ਦੀ ਤਫਤੀਸ਼ ਮੈਂ ਕਰ ਰਿਹਾ ਸੀਗਾ, ਤਾਂ ਉਹਦੇ ਵਿੱਚ ਜੋ ਕੁਝ ਲੋਕ ਜਿਹੜੇ ਹੈਗੇ ਸੀ ਜਦੋਂ ਫਸਦੇ ਸੀਗੇ, ਤਾਂ ਉਹਨਾਂ ਨੂੰ ਛਡਾਉਣ ਵਾਸਤੇ ਉਹਨਾਂ ਨੇ ਉਹ ਥ੍ਰੈਟਨਿੰਗ ਕਾਲ ਮੈਨੂੰ ਕੀਤੀ ਸੀ, ਫੋਨ ਤੇ ਮਾਰ ਦੇਣ ਦੀਆਂ ਧਮਕੀਆਂ ਵਗੈਰਾ ਦਿੱਤੀਆਂ ਸੀਗੀਆਂ। ਤਾਂ ਇਸੇ ਨੇ ਜੁੜਿਆ ਹੋਇਆ, ਪਰ ਮੈਂ ਕੋਈ ਮੁੱਦਾ ਛੱਡਿਆ ਨਹੀਂ ਹੋਇਆ।
ਮੈਂ ਨਾ ਤਾਂ ਉਹ ਮੰਤਰੀ ਦਾ ਮੁੱਦਾ ਛੱਡਿਆ ਹੋਇਆ, ਜਿੰਨਾ ਚਿਰ ਇਨਕੁਆਇਰੀ ਕੰਪਲੀਟ ਨਹੀਂ ਹੋਈ ਸੀ ਉਹਨਾਂ ਚਿਰ ਜ਼ਰੂਰ ਮੈਨੂੰ ਚੁੱਪ ਕਰਨਾ ਪਿਆ ਸੀ। ਇਨਕੁਆਇਰੀ ਕੰਪਲੀਟ ਕਰਕੇ ਮੈਨੂੰ ਉਮੀਦ ਸੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਇਹਦੇ ਤੇ ਐਕਸ਼ਨ ਕਰਾ ਕੇ ਸਭ ਕੁਝ ਠੀਕ ਕਰਾ ਦੇਣਗੇ। ਉਹ ਤਾਂ ਇਹਨਾਂ ਨੇ ਕੀਤਾ ਨਹੀਂ, ਪਰ ਮੈਂ ਤਾਂ ਆਪਣੀ ਲੜਾਈ ਬੰਦ ਨਹੀਂ ਕੀਤੀ। ਨਵਜੋਤ ਸਿੰਘ ਸਿੱਧੂ ਹੋਰੀ ਚੁੱਪ ਕਰ ਗਏ, ਉਦੋਂ ਬਾਅਦ ਫਾਈਲ ਇਹਨਾਂ ਕੋਲੋਂ ਗਵਾਚ ਗਈ, ਪਰ ਮੇਰੇ ਕੋਲ ਫਾਈਲ ਵੀ ਹੈ, ਮੈਂ ਚੁੱਪ ਵੀ ਨਹੀਂ ਕੀਤਾ। ਮੈਂ ਆਪਣੀ ਲੜਾਈ ਲੈ ਕੇ ਉਦੋਂ ਦਾ ਲੋਕਾਂ ਦੀ ਅਦਾਲਤ ਵਿੱਚ ਸੜਕ ਤੇ ਖੜ੍ਹ ਕੇ ਲੜਾਈ ਲੜ ਰਿਹਾ। ਤੇ ਇਸ ਕਰਕੇ ਮਤਲਬ ਆਉਣ ਵਾਲੇ ਸਮੇਂ 'ਚ ਦੇਖ ਲੈਂਦੇ ਤੁਸੀਂ ਇੱਥੋਂ ਤੱਕ ਇਮਾਨਦਾਰੀ ਜਾਂ ਮਤਲਬ ਪੰਜਾਬ ਦੇ ਪਿਆਰ ਦੀਆਂ ਗੱਲਾਂ ਕਰਦੇ ਹੋ, ਉਸ ਸੋਚ 'ਚ ਸਾਰੇ ਲੀਡਰ ਇੱਕੋ ਜਿਹੇ ਹੈ। ਜੇ ਕਾਂਗਰਸ ਅਤੇ ਅਕਾਲੀਆਂ ਨੂੰ ਨਵਜੋਤ ਸਿੰਘ ਸਿੱਧੂ ਕੈਪਟਨ ਪਰਿਵਾਰ ਨੂੰ ਤੇ ਬਾਦਲ ਪਰਿਵਾਰ ਨੂੰ ਨਿੰਦਦੇ ਹੈ, ਤੇ ਆਪ ਦਾ ਵੀ ਝਾਤੀ ਮਾਰ ਲੈਣ। ਇਹਨਾਂ ਨੇ 20-25 ਸਾਲ ਦਾ ਇਹਨਾਂ ਦਾ ਮਤਲਬ ਪੋਲੀਟੀਕਲ ਰਿਕਾਰਡ ਹੈਗਾ, ਤੇ ਹੁਣ ਤੱਕ ਕਿੱਥੇ ਖੜੇ ਹੈ ਤੇ ਕਿਹੜੀ ਗੱਲ ਮਤਲਬ ਤੇ ਪੂਰੇ ਆਏ ਹੈ। ਤੋ ਉੱਚੀ ਰੌਲਾ ਪਾ ਕੇ ਕੋਈ ਗੱਲ ਜਿਹੜੀ ਕਰਨੀ ਹੈਗੀ ਉਹ ਲੋਕ ਬੋਲੇ ਜਾਂ ਅੰਨੇ ਨਹੀਂ ਹੈਗੇ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ। ਜਿਹੜੇ ਆਸ਼ੂ ਜਿਹੜੇ ਨੇ ਉਹਨਾਂ ਨਾਲ ਕੀ, ਉਹਨਾਂ ਦੀ ਵਿਭਾਗ ਨਾਲ ਕੀ ਜੁੜਿਆ ਹੋਇਆ ਮਾਮਲਾ ਸੀ? ਉਹਨਾਂ ਦੇ ਵਿਭਾਗ ਨਾਲ ਬਹੁਤ ਕੁਝ ਜੁੜਿਆ ਹੋਇਆ ਜੀ। ਆਸ਼ੂ ਦੇ ਸਭ ਤੋਂ ਵੱਡੇ ਉਹਦੇ ਨਾਲ ਤਾਂ ਸਿੱਧੀ ਤੁਹਾਡੀ ਇੱਕ ਸ਼ਾਇਦ ਆਡੀਓ ਵੀ ਸੀ, ਉਹ ਰੀਜ਼ਨ ਹੈ ਮੇਰੀ ਉਹਦੇ ਨਾਲ ਸਿੱਧੀ ਪ੍ਰੋਬਲਮ ਹੋ ਗਈ ਤਾਂ ਉਹਦੇ ਬਾਰੇ ਪਤਾ ਲੱਗ ਗਿਆ। ਵੈਸੇ ਵੀ ਉਹ ਜਿਹੜੇ ਕੈਬਨਿਟ ਦੇ ਕਰਪਟ ਚਿਹਰੇ ਉਹਨਾਂ ਦਾ ਨੰਬਰ 1 ਹੈਗਾ, ਠੀਕ ਹੈ। ਜਿੰਨੀ ਕੁ ਕਰਪਸ਼ਨ ਉਹ ਕਰ ਚੁੱਕਿਆ ਉਹ ਫਿਗਰਾਂ ਵਿੱਚ ਕਹਿਣੀ ਔਖੀ ਹੋਈ ਹੈ, ਠੀਕ ਹੈ ਤਾਂ ਸਾਰੇ ਹਰੇਕ ਥਾਂ ਜਿਹੜੀਆਂ ਠੱਗੀਆਂ ਚਲਾਈਆਂ ਹੋਈਆਂ, ਜਿੰਨੇ ਇਹਨਾਂ ਦੇ ਮੰਤਰੀ MLA ਹੈ, ਕੋਈ ਸ਼ਰਾਬ ਵੇਚੀ ਜਾਂਦਾ, ਕੋਈ ਹੋਰ ਮਤਲਬ ਠੱਗੀਆਂ ਤੇ ਲੱਗਿਆ ਹੋਇਆ, ਲੁੱਟਣ ਤੇ ਲੱਕ ਬੰਨਿਆ ਹੋਇਆ ਇਹਨਾਂ ਸਾਰਿਆਂ ਨੇ। ਤੇ ਆਸ਼ੂ ਵੀ ਉਹਦਾ ਹਿੱਸਾ, ਤੇ ਮੈਂ ਤਾਂ ਸਾਰਿਆਂ ਨੂੰ ਆਸ਼ੂ ਗਿਣਦਾ ਹੁੰਦਾ। ਸਾਰੇ ਸਿਸਟਮ ਹੀ ਜਦੋਂ ਇਹੋ ਜਿਹਾ ਹੈਗਾ ਤੇ ਫਿਰ ਕਿਸੇ ਨੂੰ ਕੀ ਚੰਗਾ ਤੇ ਕਿਸੇ ਨੂੰ ਕੀ ਮਾੜਾ ਕਿਹਾ ਜਾਵੇ। ਹਾਂ, ਆਸ਼ੂ ਬਾਰੇ ਮੇਰੇ ਕੋਲ ਬਹੁਤ ਸਬੂਤ ਨੇ। ਆਸ਼ੂ ਦੇ 4 ਕਤਲਾਂ ਦੇ ਸਬੂਤ ਨੇ, ਆਸ਼ੂ ਦੇ ਬੰਬ ਬਲਾਸਟ ਕਰਾਉਣ ਦਾ ਸਬੂਤ ਹੈ। ਆਸ਼ੂ ਇੱਕ ਐਡਾ ਗੰਦਾ ਔਰ ਭਿਆਨਕ ਚਿਹਰਾ ਹੈ ਮਤਲਬ ਕੈਬਨਿਟ ਵਿੱਚ, ਇਸ ਸਰਕਾਰ ਦੀ ਵਿੱਚ, ਜਿਹਨੂੰ ਕੀ ਪਤਾ ਨਹੀਂ ਕਾਂਗਰਸ ਕਿਵੇਂ ਉਹ ਬਰਦਾਸ਼ਤ ਕਰ ਰਹੀ ਹੈ। ਇਹ ਵੀ ਖਬਰਾਂ ਹੈ ਕਿ ਟੈਚੀਆਂ ਦੇ ਟੈਚੀ ਭਰ ਕੇ ਹਾਈ ਕਮਾਂਡ ਤੱਕ ਜਾਂਦੇ ਹੈ। ਰਾਹੁਲ ਪ੍ਰਿੰਕਾ ਦੇ ਘਰ ਤੱਕ ਸਿੱਧੀ ਉਹਦੀ ਪਹੁੰਚ ਹੈਗੀ ਹੈ। ਹਰ ਇੱਕ ਜਿਹੜਾ ਸੀਨੀਅਰ ਕਾਂਗਰਸ ਦਾ ਲੀਡਰ ਉਹਦੇ ਘਰੇ ਸਿੱਧੇ ਪੈਸੇ ਟੈਚੀ ਲੈ ਕੇ ਜਾਂਦਾ, ਫਿਰ ਉਹਨੂੰ ਕਿਹਨੇ ਪੁੱਛਣਾ? ਤੋ ਇਸ ਤਰ੍ਹਾਂ ਦੇ ਹੋਰ ਵੀ ਹੈਗੇ, ਪਰ ਆਸ਼ੂ ਜਿਹੜਾ ਹੈਗਾ ਨੰਬਰ 1 ਕਰਪਟ ਚਿਹਰਾ ਹੈਗਾ ਇਸ ਕੈਬਨਿਟ ਦਾ। ਹੁਣ ਤੁਸੀਂ ਇਸ ਵਿਭਾਗ 'ਚ ਰਹੇ ਹੋ, ਬੀਤੇ ਦਿਨ ਹੀ ਬੜੇ ਐਨਕਾਊਂਟਰ ਹੋਏ, ਉਹਨਾਂ ਐਨਕਾਊਂਟਰਾਂ ਤੁਸੀਂ ਉਹਨਾਂ ਤੋਂ ਕੀ ਕਹੋਗੇ ਕਿ ਇਹ ਕ੍ਰਾਈਮ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਕ੍ਰਿਮੀਨਲ? ਨਹੀਂ ਜੀ, ਇਹਦੇ 'ਚ ਨਾ ਕ੍ਰਾਈਮ ਖਤਮ ਹੁੰਦਾ ਨਾ ਕ੍ਰਿਮੀਨਲ ਖਤਮ ਹੁੰਦਾ ਹੈ। ਇੱਕ ਸੈਟਅਪ ਬਣਾਇਆ ਗਿਆ ਹੈ। ਪਹਿਲਾਂ ਅੱਤਵਾਦ ਦੇ ਵਿੱਚ ਕੁਝ ਲੋਕਾਂ ਨੂੰ ਮਿਸਯੂਜ਼ ਕਰ ਰਹੇ। ਨਹੀਂ, ਮੈਂ ਦੱਸ ਦਿੰਦਾ ਨਾ, ਮਤਲਬ ਹਰੇਕ ਟਾਈਮ ਇਹਨਾਂ ਨੂੰ ਫੋਰਸ ਦੀ ਲੋੜ ਹੈ। ਦੇਖੋ, ਇੱਕ ਪੁਲਿਸ ਫੋਰਸ ਉਹ ਇਹਨਾਂ ਦੇ ਕੋਲੇ ਹੈ, ਕਿਉਂਕਿ ਇਹਨਾਂ ਕੋਲ ਕਾਨੂੰਨ ਹੈ। ਇਹਨਾਂ ਨੇ MLA ਮੰਤਰੀ ਬਣ ਕੇ ਪੁਲਿਸ ਫੋਰਸ ਤੇ ਕਬਜ਼ਾ ਕਰ ਲਿਆ ਕਾਨੂੰਨ। ਫਿਰ ਇਹਨਾਂ ਨੂੰ ਆਪਣੇ ਗੈਰ ਕਾਨੂੰਨੀ ਕੰਮਾਂ ਕਰਨ ਵਾਸਤੇ ਕੁਝ ਉਹਨਾਂ ਲੋਕਾਂ ਦੇ ਵੀ ਲੋੜ ਹੈ ਕਿ ਜਿਹੜੇ ਬਿਨਾਂ ਵਰਦੀ ਤੋਂ ਮਤਲਬ ਜਿਹੜੀ ਗੁੰਡਾਗਰਦੀ ਕਹਿ ਲਓ ਜਾਂ ਕੋਈ ਹੋਰ ਲਹਿਰ ਵੇਖ ਲਓ, ਜਿਵੇਂ ਅੱਤਵਾਦ ਦੇ ਟਾਈਮ ਦੇ ਵਿੱਚ ਮੰਤਰੀਆਂ ਨੇ MLA ਨੇ ਇੱਕ ਦੂਜੇ ਦੇ ਬੰਦੇ ਖੜੇ ਕਰਕੇ ਕਤਲ ਵੀ ਕਰਵਾਏ। ਪਿੱਛੇ ਜੇ ਪਿੰਕੀ ਕੈਟ ਇੱਕ ਜਿਹੜਾ ਹੈਗਾ ਇੰਸਪੈਕਟਰ ਸਾਡਾ ਪੁਰਾਣਾ, ਉਹ ਇੰਟਰਵਿਊ ਦੇ ਰਿਹਾ ਸੀ ਕਿ ਕਿਵੇਂ ਖੰਨੇ ਤੋਂ ਇੱਕ ਮੰਤਰੀ ਕਰਮ ਸਿੰਘ ਗਿੱਲ ਨੇ ਇੱਕ ਦੂਜੇ MLA ਨੂੰ ਗੋਲੀ ਮਰਵਾਈ ਕਿਸੇ ਅੱਤਵਾਦੀ ਨੂੰ ਕਹਿ ਕੇ। ਸੋ ਇਸ ਤਰ੍ਹਾਂ ਦੇ ਬਹੁਤ ਕੇਸ ਹੈਗੇ। ਤੇ ਹੁਣ ਉਸ ਤੋਂ ਬਾਅਦ ਹੁਣ ਜਿਹੜਾ ਟਾਈਮ ਹੈ ਇਹਦੇ 'ਚ ਹੁਣ ਅੱਤਵਾਦ ਤਾਂ ਨਹੀਂ ਹੈਗਾ, ਪਰ ਇਹਨਾਂ ਨੇ ਆ ਟਾਰਗੇਟ ਕਰਕੇ ਸਾਡਾ ਜਿਹੜਾ ਪੰਜਾਬ ਦਾ ਯੂਥ ਹੈ ਉਹਨੂੰ ਮਤਲਬ ਟਾਰਗੇਟ ਕਰਕੇ ਉਹਦੇ ਵਿੱਚੋਂ ਆਪਣੇ ਮਤਲਬ ਦੇ ਬੰਦੇ ਕੱਢ ਕੇ ਨਸ਼ਿਆਂ ਦੇ ਵਿੱਚ ਅਨਪੜ੍ਹਤਾ ਵਿੱਚ ਪਾ ਕੇ ਗੈਂਗਸਟਰ ਕਲਚਰ ਪੈਦਾ ਕੀਤਾ, ਜਿਹੜਾ ਕਿ ਅੱਜ ਤੋਂ 15-20 ਸਾਲ ਪਹਿਲਾਂ ਕਦੇ ਆਪਾਂ ਨਾਮ ਵੀ ਨਹੀਂ ਸੁਣਿਆ ਸੀਗਾ। ਅੱਗੇ ਸੁਣਿਆ ਸੀ ਕਦੇ ਗੈਂਗਸਟਰ, ਹੁਣ ਗੈਂਗਸਟਰ ਇੱਕ ਟੈਰਰ ਕ੍ਰੀਏਟ ਕਰਕੇ ਇੱਕ ਮਤਲਬ ਉਹ ਯੂਥ ਜਿਹੜਾ ਕਿ ਮਤਲਬ ਜਿਹਨੂੰ ਸੰਭਾਲਿਆ ਜਾ ਸਕਦਾ ਸੀ, ਜਿਨ੍ਹਾਂ ਨੂੰ ਉਹਦੇ ਮਾਪੇ ਸਮਾਜ ਚੰਗੀ ਸੇਧ ਦਿੰਦਾ ਤਾਂ ਉਹ ਚੰਗੇ ਖਿਡਾਰੀ ਸਾਬਤ ਹੋ ਸਕਦੇ, ਇਹਦੀ ਆਪਣੀ ਹੋਰ ਕੋਈ ਵਿਲੱਖਣ ਸ਼ਖਸੀਅਤ ਦੇ ਤੌਰ 'ਤੇ ਉਹ ਆਪਣੇ ਆਪ ਨੂੰ ਐਸਟੈਬਲਿਸ਼ ਕਰ ਸਕਦੇ ਸੀ, ਤੇ ਉਹਨਾਂ ਨੂੰ ਗੈਂਗਸਟਰ ਬਣਨਾ ਪਿਆ। ਇਹ ਸਮੇਂ ਦਾ ਜਿਹੜਾ ਹੈਗਾ ਸਿਸਟਮ ਹੈ, ਜਿਹਦੇ ਵਿੱਚ ਮੇਨ ਰੋਲ ਹੈਗਾ ਜਿਹੜਾ ਹੈਗਾ ਪੋਲੀਟੀਸ਼ਨ ਦਾ ਹੈਗਾ, ਇਹਨਾਂ ਦੀ ਦੇਣ ਹੈ। ਤੇ ਇਹਨਾਂ ਨੂੰ ਇਹਨਾਂ ਦੀ ਲੋੜ ਹੁੰਦੀ ਹੈ, ਲੋੜ ਪੈਣ 'ਤੇ ਇਹਨਾਂ ਨੂੰ ਯੂਜ਼ ਕੀਤਾ ਜਾਂਦਾ। ਫਿਰ ਉਸ ਤੋਂ ਬਾਅਦ ਪਹਿਲਾਂ ਛੁਡਾਇਆ ਜਾਂਦਾ ਥਾਣਿਆਂ 'ਚੋਂ ਤਾਂ ਕਿ ਵੱਡੇ ਹੋ ਜਾਣ। ਜਦੋਂ ਵੱਡੇ ਹੋ ਜਾਂਦੇ ਆ ਇਹਨਾਂ ਦੇ ਜਿਹੜੇ ਭੇਤ ਇਹਨਾਂ ਕੋਲ ਚਲੇ ਜਾਂਦੇ, ਫਿਰ ਅਖੀਰ 'ਤੇ ਆ ਕੇ ਇਹਨਾਂ ਨੂੰ ਖਤਮ ਕਰਵਾ ਦਿੱਤਾ ਜਾਂਦਾ ਤਾਂ ਕਿ ਇਹ ਜਿਹੜੇ ਭੇਤ ਜਿਹੜੇ ਹੈਗੇ ਉਹਨਾਂ ਦੇ ਨਾਲ ਹੀ ਦਫਨ ਹੋ ਜਾਣ। ਤਾਂ ਸੋ ਇਹ ਚੂਹੇ ਬਿੱਲੀ ਦੀ ਖੇਡ ਹੈ, ਪੋਲੀਟੀਸ਼ਨ ਖੇਡ ਰਿਹਾ, ਇਹਨਾਂ ਨੂੰ ਲੋੜ ਹੈ ਇਹਨਾਂ ਦੀ। ਤੇ ਜਿਹੜੀ ਮਾੜੀ ਕਿਸਮਤ ਵਾਲੇ ਪੇਰੈਂਟਸ ਨੇ ਜਿਨ੍ਹਾਂ ਦੇ ਬੱਚੇ ਮਰ ਰਹੇ ਤੇ ਮਾੜੀ ਕਿਸਮਤ ਵਾਲੇ ਬੱਚੇ ਜਿਹੜੇ ਇਹਨਾਂ ਦੇ ਸ਼ਿਕਾਰ ਹੁੰਦੇ। ਤੁਸੀਂ ਪੁਲਿਸ ਵਿਭਾਗ ਦੀ ਭੂਮਿਕਾ ਨੂੰ ਅੱਛੀ ਤਰ੍ਹਾਂ ਸਮਝਦੇ ਹੋ। ਜਿਹੜਾ ਹੁਣ ਅੱਜ ਕੱਲ੍ਹ ਯਾਨੀ DGP ਸਾਹਿਬ ਦਿਨਕਰ ਸਾਹਿਬ ਕਹਿ ਰਹੇ ਸੀਗੇ ਕਿ ਜਿੰਨੇ ਗੈਂਗਸਟਰ ਸੀਗੇ ਉਹ ਲਾਸਟ ਸੀਗੇ ਜੈਪਾਲ ਭੁੱਲਰ ਤੱਕ ਉਹ ਖਤਮ ਕਰ ਦਿੱਤੇ ਕਿ ਨੇ, ਹੁਣ ਪੰਜਾਬ ਦੇ ਗੈਂਗਸਟਰ ਖਤਮ ਹੋ ਗਏ ਨੇ। ਨਹੀਂ ਜੀ, ਹੋਰ ਬਣਾ ਲੈਣਗੇ ਇਹ। ਪੁਲਿਸ ਵੀ ਨਾਲ ਹੀ ਰਲੀ ਹੋਈ ਸਾਡੀ, ਪੁਲਿਸ ਤੋਂ ਬਿਨਾਂ ਥੋੜ੍ਹਾ ਗੈਂਗਸਟਰ ਬਣਦੇ ਆ। ਮਦਦ ਤਾਂ ਪੁਲਿਸ ਦੀ ਨਹੀਂ ਬਣਦੇ, ਯਾਨੀ ਕਿ ਪੁਲਿਸ ਦੀ ਭੂਮਿਕਾ ਖਾਸ ਪੂਰੀ ਹੁੰਦੀ। ਪੁਲਿਸ ਪਹਿਲਾਂ ਝੂਠੇ ਪਰਚੇ ਦਰਜ ਹੁੰਦੇ ਜਾਂ ਛੋਟੇ ਪਰਚੇ ਦਰਜ ਹੁੰਦੇ ਜਾਂ ਹਾਲਾਤ ਇਹੋ ਜਿਹੇ ਕ੍ਰੀਏਟ ਹੁੰਦੇ, ਫਿਰ ਹੀ ਕੋਈ ਘਰੋਂ ਭੱਜਦਾ ਫਿਰ ਹਾਲਾਤ ਇਹ ਪੈਦਾ ਹੁੰਦੇ ਆ। ਤਾਂ ਪੁਲਿਸ ਵੀ ਬਹੁਤ ਵੱਡਾ ਟੂਲ ਹੈ ਗੈਂਗਸਟਰ ਬਣਾਉਣ ਦੇ ਵਿੱਚ। ਫਿਰ ਮੈਂ ਕਹੂੰਗਾ ਟੂਲ ਹੈ, ਪੁਲਿਸ ਨਹੀਂ ਕਰਦੀ, ਪੁਲਿਸ ਤੋਂ ਕਰਵਾਇਆ ਜਾਂਦਾ। ਹੋਰ ਜਿਹੜਾ ਕੋਈ ਸਿਸਟਮ ਜਿਹੜਾ ਹੈਗਾ ਕਰਦਾ, ਜਿਹੜਾ ਵੀ ਮਸ਼ੀਨਰੀ ਹੈ ਸਾਡੇ ਸਿਸਟਮ ਦੀ, ਉਹ ਜਿਹੜੀ ਵੀ ਉਹ ਕੰਮ ਕਰਦੀ ਗਲਤ, ਉਹ ਤੋਂ ਕਰਵਾਏ ਜਾਂਦੇ। ਉਹਦੇ ਪਿੱਛੇ ਪੋਲੀਟੀਸ਼ਨ ਖੜਾ, ਉਹਦੇ ਪਿੱਛੇ ਸੀਨੀਅਰ ਬਿਊਰੋਕਰੇਟ ਖੜਾ। ਪੁਲਿਸ ਦੇ ਜਿਹੜੇ ਸੀਨੀਅਰ ਅਫਸਰ ਹੈ
ਉਹ ਜਿਹੜੇ ਹੈਗੇ ਆ ਉਹ ਜ਼ਿੰਮੇਵਾਰ ਨੇ, ਬਿਊਰੋਕਰੇਟ ਸੀਨੀਅਰ ਉਹ ਜ਼ਿੰਮੇਵਾਰ ਹੈ, ਪੋਲੀਟੀਸ਼ਨ ਹੈ ਉਹ ਜ਼ਿੰਮੇਵਾਰ ਹੈ, ਪਰ ਕੌਣ ਕਿ ਇਹਨਾਂ ਨੂੰ ਜ਼ਿੰਮੇਦਾਰ ਕੋਈ ਕਹਿੰਦਾ ਹੀ ਨਹੀਂਗਾ, ਕੋਈ ਕਿਸੇ ਦੀ ਹਿੰਮਤ ਹੀ ਨਹੀਂ ਇਹਨਾਂ ਦੀ ਅੱਖਾਂ ਪਾ ਕੇ ਗੱਲ ਕਰ ਸਕੇ। ਮੈਂ ਤਾਂ 2-2.5 ਸਾਲ ਤੋਂ ਕਹਿ ਰਿਹਾ, ਠੀਕ ਹੈ, ਗਾਂ ਵੀ ਜਿੰਨਾ ਚਿਰ ਮੇਰੇ ਸਾਹ ਚੱਲਦੇ ਆ, ਜਿੰਨਾ ਚਿਰ ਮਤਲਬ ਮੌਕਾ ਮਿਲੂਗਾ ਮੈਂ ਸੱਚ ਬੋਲ ਰਿਹਾ ਜੀ, ਕੋਈ ਲੜਾਈ ਨਹੀਂ, ਸੱਚ ਬੋਲਣਾ ਹੈ, ਠੀਕ ਹੈ, ਤੇ ਇਹਨੂੰ ਲੜਾਈ ਸਮਝ ਲਓ, ਇਹਨੂੰ ਜੋ ਮਰਜ਼ੀ ਸਮਝ ਲਓ, ਸੱਚ ਹੈ। ਸਿਸਟਮ ਦੇ ਖਿਲਾਫ ਤਾਂ ਫਿਰ ਲੜਾਈ ਮੰਨੀ ਜਾਂਦੀ, ਇੱਕ ਬੰਦਾ ਖੜਾ, ਹਾਂ ਕਦੇ ਖੜਦੇ ਰਹੇ ਜੀ ਬੰਦੇ, ਅੱਗੇ ਵੀ ਤੱਥਾਂ ਦੇ ਨਾਲ ਤੁਸੀਂ ਖੜੇ। ਬਿਲਕੁਲ, ਮੈਂ ਕਹਿੰਦਾ ਜੇ ਮੇਰੀ ਗੱਲ ਝੂਠੀ ਹੈ ਤਾਂ ਮੈਨੂੰ ਨੇਮ ਕਰ ਲੈਣ, ਮੇਰੇ ਤੇ ਕੋਈ ਕਾਰਵਾਈ ਕਰ ਲੈਣ, ਜੋ ਕਰਨਾ ਉਹ ਕਰ ਲੈਣ, ਮੇਰਾ ਸੱਚ ਬੋਲਦਾ। ਸੇਖੋ ਸਾਹਿਬ ਇੱਕ ਗੱਲ ਹੋਰ ਹੈ, ਚਲੋ ਇਹ ਆਪਾਂ ਕ੍ਰਾਈਮ ਦੀ ਗੱਲ ਕੀਤੀ, ਗੈਂਗਸਟਰਾਂ ਦੀ ਗੱਲ ਕੀਤੀ, ਇੱਕ ਸਭ ਤੋਂ ਵੱਡਾ ਮਾਮਲਾ ਪੰਜਾਬ 'ਚ ਨਸ਼ੇ ਦਾ। ਨਸ਼ੇ ਦੇ ਵਿੱਚ ਬਹੁਤ ਵੱਡੇ ਵੱਡੇ ਨਾਮ ਜੁੜੇ, ਸਿਆਸਤਾਂ, ਜਿਵੇਂ ਤੁਸੀਂ ਕਿਹਾ ਕਿ ਕ੍ਰਾਈਮ ਨੂੰ ਪੈਦਾ ਕਰਨ ਵਾਸਤੇ ਪੋਲੀਟੀਸ਼ੀਅਨ ਦੀ ਜਿੰਨੀ ਭੂਮਿਕਾ ਉਨੀ ਭੂਮਿਕਾ ਪੁਲਿਸ ਦੀ ਹੈ, ਅਤੇ ਨਸ਼ੇ ਦੇ ਵਿੱਚ ਪੋਲੀਟੀਸ਼ੀਅਨਾਂ ਦਾ ਬਹੁਤ ਵੱਡੇ ਵੱਡਿਆਂ ਦਾ ਨਾਮ ਆਇਆ, ਹਜੇ ਵੀ ਉਹ ਯਾਨੀ ਕੇਸ ਉੱਥੇ ਹੀ ਪਏ ਹੈ, ਅਤੇ ਯਾਨੀ ਕਿ STF ਵੀ ਬਣੀ ਸੀ ਉਦੋਂ, ਸ਼ਾਇਦ ਹਰਪ੍ਰੀਤ ਸਿੰਘ ਸੀ, ਉਹਨਾਂ ਨੂੰ ਬਦਲ ਵੀ ਦਿੱਤਾ ਗਿਆ। ਉਹੀ ਨਾ, ਠੀਕ ਹੈ, ਬਣਾਉਂਦੇ ਆਪਣੇ ਮਤਲਬ ਨਾਲ ਕੁਛ, ਜਦੋਂ ਉਹਨਾਂ ਦੇ ਮਤਲਬ ਤੋਂ ਬਾਹਰ ਕੁਛ ਅਫਸਰ ਚੱਲਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਨੂੰ ਫਿਰ ਇਹ ਉਹ ਕਰ ਦਿੰਦੇ ਆ, ਉਹਨਾਂ ਦੀ ਕਹਿੰਦੇ ਪੌੜੀ ਤੇ ਚੜਾ ਕੇ ਡੰਡਾ ਖਿੱਚਣ ਵਾਲੀ ਥੱਲੇ ਵਾਲੀ ਗੱਲ ਕਰ ਦਿੰਦੇ ਆ। ਉਹ ਅੱਛਾ ਕੰਮ ਕਰ ਰਹੇ ਸੀ ਹਰਪ੍ਰੀਤ ਸਿੰਘ ਹੋਰੀ, ਅਗਰ ਮੌਕਾ ਮਿਲਿਆ ਤਾਂ ਫਿਰ ਵੀ ਉਹ ਅਫਸਰ ਜਿਹੜਾ ਬੈਠਾ, ਮਤਲਬ ਉਹਦੇ 'ਚ ਟਾਈਮ ਵੀ ਹੈਗਾ, ਉਹਦੇ 'ਚ ਅੱਗ ਵੀ ਹੈਗੀ ਆ, ਉਹ ਸਮਾਂ ਪਾਇਆ ਤਾਂ ਕਰੂਗਾ ਸਾਰਾ ਕੁਝ ਖਿਲਾਰਾ ਇਹਨਾਂ ਦਾ। ਪਰ ਅਗੇਨ ਜਿਹੜੀ ਮੈਂ ਗੈਂਗਸਟਰ ਵਾਲੀ ਗੱਲ ਤੁਹਾਨੂੰ ਦੱਸ ਕੇ ਹਟਿਆ, ਇਹ ਨਸ਼ੇ ਵੀ ਜਿਹੜੇ ਉਸੇ ਦਾ ਪਾਰਟ ਹੈਗਾ। ਗੈਂਗਸਟਰਾਂ ਨੂੰ ਵੀ ਨਸ਼ੇ ਦੇ ਥਰੂ ਵੀ, ਲੁੱਟਾਂ ਮਾਰਾਂ ਦੇ ਥਰੂ ਵੀ, ਮਤਲਬ ਇਹਨਾਂ ਨੂੰ ਉਹ ਬਦਨਾਮ ਕਰਕੇ ਇਹਨਾਂ ਨੂੰ ਗੈਂਗਸਟਰ ਬਣਾਇਆ ਜਾਂਦਾ। ਸੇਮ ਇਹ ਨਸ਼ੇ ਦਾ ਜਿਹੜਾ ਬਹੁਤ ਵੱਡਾ ਹਿਊਜ ਮਨੀ ਹੈ, ਇਹ ਸਾਰਾ ਮਤਲਬ ਬਹੁਤ ਵੱਡਾ ਪਾਰਟ 'ਤੇ ਮਤਲਬ ਪੋਲੀਟੀਸ਼ਨ ਦੇ ਜਾਂਦਾ ਸਿਸਟਮ ਦੇ ਵਿੱਚ, ਇਹਨਾਂ ਦੀ ਪੁਸ਼ਤ ਬਣਾਈ ਕਰਕੇ ਹੀ ਮਤਲਬ ਇਹ ਜਿਹੜੀ ਇੱਥੇ ਐਡੀ ਵੱਡੀ ਜਿਹੜੀ ਸਲਤਨਤ ਖੜੀ ਹੋਈ ਹੈ, ਜਾਂ ਐਡਾ ਵੱਡਾ ਸਾਡੇ ਪੰਜਾਬ ਦਾ ਬੇੜਾ ਗਰ ਕੀਤਾ, ਸਾਡੇ ਯੂਥ ਦਾ ਐਡਾ ਨੁਕਸਾਨ ਹੋਇਆ, ਇਹਦੇ ਪਿੱਛੇ ਜਿਹੜੀ ਹੈਗੀ ਹੈ ਜਿਹੜਾ ਗੈਂਗਸਟਰ ਪੁਲਿਸ ਐਂਡ ਪੋਲੀਟੀਸ਼ਨ ਨੈਕਸਸ ਵਿਦ ਹੈਲਪ ਆਫ ਬਿਊਰੋਕਰੇਟ, ਸਾਰਾ ਕੁਝ ਇਕੱਠਾ ਹੋ ਕੇ ਚੱਲ ਰਿਹਾ। ਜਿਹੜੇ ਯਾਨੀ ਕਿ ਉਹ ਆਪਣਾ ਕੀ ਸੀ, ਭੋਲਾ, ਉਹਨੇ ਤਾਂ ਚੀਕ ਕੇ ਵੀ ਕਿਹਾ ਸੀਗਾ, ਉਹ ਫਿਰ ਮਾਮਲਾ ਤਾਂ ਪੈ ਗਿਆ। ਕੀ ਤੁਹਾਨੂੰ ਲੱਗਦਾ ਵੀ ਤੁਹਾਡਾ ਆਪਦਾ ਤਜਰਬਾ ਇਸ ਮਹਿਕਮੇ ਦਾ ਹੈਗਾ ਕਿ ਜਿਹੜੇ ਵੱਡੇ ਕਿੰਗਪਿਨ ਦਾ ਨਾਮ ਆ ਰਿਹਾ ਸੀਗਾ ਤੇ ਉਹ ਸ਼ਾਮਲ ਹੈਗੇ ਨੇ ਇਹਦੇ 'ਚ? ਬਿਲਕੁਲ ਹੈ ਜੀ, ਕਿਉਂ ਨਹੀਂ ਹੈ, ਪਰ ਗੱਲ ਇਹ ਵੀ ਭੋਲੇ ਹੋਰਾਂ ਦੀ ਜਿਹੜੀ ਸੁਣਵਾਈ ਨਹੀਂ ਨਾ ਹੋਈ। ਜਿਹੜਾ ਸੱਚ ਬੋਲਦਾ, ਮੈਂ ਤਾਂ ਹੈਰਾਨ ਹਾਂ ਭੋਲਾ ਹੁਣ ਤੱਕ ਜਿਉਂਦਾ ਕਿਵੇਂ ਹੈ, ਜੇਲ੍ਹ 'ਚ ਬੈਠਾ, ਪਤਾ ਨਹੀਂ ਹੁਣ ਤੱਕ ਕਿਉਂ ਨਹੀਂ ਮਾਰ ਦਿੱਤਾ ਗਿਆ ਜੇਲ੍ਹ ਦੇ ਵਿੱਚ ਹੀ ਉਹਨੂੰ। ਇਹੋ ਜਿਹੇ ਬੰਦੇ ਕਿੱਥੇ ਸ਼ੂਟ ਕਰਦੇ ਆ? ਤਾਂ ਇਸ ਕਰਕੇ ਮੈਨੂੰ ਅਜੇ ਤੱਕ ਹੈਰਾਨੀ ਹੈ ਕਿ ਅਜੇ ਤੱਕ ਉਹ ਵਿਚਾਰਾ ਉਹ ਜਿਉਂਦਾ, ਉਹ ਜਾਂ ਸਮਾਂ ਕਰੇ ਪਰਮਾਤਮਾ ਨੂੰ ਮੌਕਾ ਦੇਵੇ, ਜਾਂ ਸੱਚ ਬੋਲਣ ਦਾ ਕਦੇ ਉਹ ਖੁੱਲ੍ਹ ਕੇ ਬੋਲ ਸਕੇ ਤਾਂ ਬਹੁਤ ਕੁਝ ਦੱਸੂਗਾ। ਬਾਕੀ ਇਹਨਾਂ ਦੇ ਅਫਸਰਾਂ ਨੇ ਆਪਸੀ ਖਹਿਬਾਜ਼ੀਆਂ ਵਿੱਚ ਆ ਕੇ ਕੁਝ ਸੱਚ ਬੋਲ ਦਿੱਤੇ ਆ, ਜਿਹੜੇ ਕਿ ਹਾਈ ਕੋਰਟ ਦੀਆਂ ਟੇਬਲਾਂ 'ਤੇ ਪਏ ਆ, ਪਰ ਕੋਰਟਾਂ ਵੀ ਜਿਹੜੀਆਂ ਹੈਗੀਆਂ ਬੜੀ ਬੁਰੀ ਤਰ੍ਹਾਂ ਨਾਲ ਇੰਡਲਜ ਨੇ, ਇਹਨਾਂ ਦੇ ਮੁਤਾਬਕ ਚੱਲਦੀਆਂ। ਅਤੇ ਜਿਸ ਤਰ੍ਹਾਂ ਦੇ ਇਹ ਸਰਕਾਰਾਂ ਅਤੇ ਜਿਹੇ ਜਿਹੇ ਬਿਊਰੋਕਰੇਟਸ ਚਾਹੁੰਦੇ ਆ, ਉਹੋ ਜਿਹੇ ਹਾਈ ਕੋਰਟ ਦਾ ਰਵੱਈਆ ਹੈਗਾ। ਹਾਈ ਕੋਰਟ ਵੀ ਉਵੇਂ ਬਿਹੇਵ ਕਰਦੀ ਹੈ, ਹਾਈ ਕੋਰਟ ਵੀ ਇਹਨਾਂ ਦੀ ਮਦਦ ਕਰਦੀ ਹੈ। ਤਾਂ ਗਲਤ ਹੈ, ਉਮੀਦ ਤਾਂ ਕਿਸੇ ਤੋਂ ਹੈ ਹੀ ਨਹੀਂ। ਅਖੀਰ 'ਤੇ ਆ ਕੇ ਆਪਾਂ ਸੋਚਦੇ ਸੀਗੇ ਵੀ ਚਲੋ ਕੋਰਟਾਂ 'ਚ ਇਨਸਾਫ ਮਿਲ ਜਾਊਗਾ। ਕੋਰਟਾਂ ਤਾਂ ਇਹਨਾਂ ਦੀਆਂ ਬਿਲਕੁਲ ਉਹ ਹੋ ਗਈਆਂ, ਜੇ ਇਹਨਾਂ ਦੇ ਮੁਤਾਬਕ ਫੈਸਲੇ ਕਰਦੀਆਂ, ਇਹਨਾਂ ਦੇ ਮੁਤਾਬਕ ਚੱਲਦੀਆਂ। ਯਾਨੀ ਅਦਾਲਤਾਂ ਵੀ ਸਿਆਸਤ ਦੇ ਪ੍ਰਭਾਵ 'ਚ? ਬਿਲਕੁਲ ਹੀ, ਅਦਾਲਤਾਂ ਹੀ ਅਦਾਲਤਾਂ ਦਾ ਤਾਂ ਇੰਨਾ ਮਤਲਬ ਇਸ ਟਾਈਮ ਮਤਲਬ ਸਿਆਸੀਕਰਨ ਹੋ ਚੁੱਕਿਆ, ਜਿਹੜਾ ਕਿ ਆਪਾਂ ਜਿੰਨਾ ਕਹੀਏ ਮਾੜੀ ਗੱਲ, ਨਿੰਦਣਯੋਗ ਗੱਲ ਹੈਗੀ ਹੈ ਕਿ ਉੱਥੋਂ ਹੀ ਇਕੱਲੀ ਉਮੀਦ ਸੀ। ਪਰ ਉੱਥੋਂ ਵੀ ਕੀ ਉਮੀਦ ਕਰੀਏ? ਜਿਹੜੀਆਂ ਮੇਨ ਤੁਸੀਂ ਹਾਈ ਕੋਰਟ ਲਾ ਲਓ, ਹਾਈ ਕੋਰਟ ਦਾ ਕ੍ਰਾਈਟੇਰੀਆ ਕਿ ਹਾਈ ਕੋਰਟ ਦੇ ਜੱਜਿਸ ਦਾ, ਠੀਕ ਹੈ, ਕੋਲੀਜੀਅਮ ਸਿਸਟਮ ਹੈ, ਅਪੁਆਇੰਟ ਹੁੰਦੇ, ਇੱਕ ਦੂਜੇ ਨੂੰ ਅਪੁਆਇੰਟ ਕਰਦੇ, ਉਹਦਾ ਪਰਿਵਾਰ ਉਹ ਕਰੂਗਾ, ਉਹਦਾ ਮੁੰਡਾ ਉਹ ਕਰੂਗਾ। ਅੱਜ ਜੇ ਕੋਈ ਜੱਜ ਅਪੁਆਇੰਟ ਹੋ ਰਿਹਾ, ਉਹ ਪਹਿਲਾਂ ਦੇਖ ਰਿਹਾ ਵੀ ਮੇਰੀ ਔਲਾਦ ਨੂੰ ਕੌਣ ਕਰੂਗਾ, ਤਾਂ ਇੱਕ ਖਾਨਦਾਨੀ ਸਿਸਟਮ ਕ੍ਰੀਏਟ ਹੋ ਗਿਆ। ਨਾ ਇਹਨਾਂ ਨੇ ਕੋਈ ਟੈਸਟ ਦੇਣੇ ਆ, ਨਾ ਕੁਛ ਇਹਨਾਂ ਨੇ ਆਉਣੇ। ਇੱਕ ਐਡਵੋਕੇਟ ਹੋਣਾ ਚਾਹੀਦਾ, 10 ਸਾਲ ਦਾ ਤਜਰਬਾ ਹੋਣਾ ਚਾਹੀਦਾ, ਹਾਈ ਕੋਰਟ ਵਾਸਤੇ ਐਲੀਜੀਬਲ ਹੈ, ਔਰ ਹਾਈ ਕੋਰਟ ਦਾ ਜੱਜ ਹੋਣਾ ਛੋਟੀ ਗੱਲ ਹੈ, ਉਹਦੇ 'ਚ ਅੱਗੇ ਸੁਪਰੀਮ ਕੋਰਟ ਵਿੱਚ ਜਾਂਦੇ ਆ। ਤਾਂ ਇਹ ਜਮਾਤ ਹੀ ਵੱਖਰੀ ਬੈਠੀ ਹੈ, ਇਹਨਾਂ ਦਾ ਇੰਟਰਸਟ ਹੀ ਵੱਖਰੇ ਹੈਗੇ, ਇਹਨਾਂ ਨੂੰ ਕੋਈ ਪਰਵਾਹ ਹੀ ਹੈ ਨਹੀਂ ਕਿਸੇ ਦੀ, ਜੋ ਮਰਜ਼ੀ ਹੈਗਾ। ਹੁਣ ਤਾਂ ਸੁਪਰੀਮ ਕੋਰਟ ਨੇ ਵੀ ਆਪਣੇ ਬੜੇ ਸੋਹਣੇ ਚਿਹਰੇ ਵਿਖਾਤੇ ਲੋਕਾਂ ਨੂੰ। ਇਸ ਟਾਈਮ ਇੰਨੀ ਗੱਲ ਵਧੀਆ ਹੋਈ ਹੈ ਕਿ ਜਿਹੜੀ ਖੇਡ ਹੁਣ ਚੱਲ ਰਹੀ ਹੈ ਪਿਛਲੇ 2-4 ਸਾਲਾਂ ਤੋਂ, ਉਹਦੇ ਵਿੱਚ ਸਾਰਿਆਂ ਦੇ ਚਿਹਰੇ ਬਹੁਤ ਵਧੀਆ ਨੰਗੇ ਹੋਏ ਆ। ਅਕਾਲੀਆਂ ਕਾਂਗਰਸੀਆਂ ਦਾ ਚਿਹਰਾ ਇਕੱਠਿਆ ਹੋਣ ਦਾ ਨੰਗਾ ਹੋਇਆ, ਕੋਰਟਾਂ ਦਾ ਨੰਗਾ ਹੋਇਆ, ਰੰਜਨ ਗਗੋਈ ਵਰਗੇ MP ਬਣ ਕੇ ਬੈਠੇ ਆ, ਜਾਂ ਇਹੋ ਜਿਹੇ ਬਹੁਤ ਹੋਰ ਹੈਗੇ ਜਿਹੜੇ ਮਤਲਬ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਇਹਨਾਂ ਨੇ ਜਿਹੜੇ ਇਹੋ ਜਿਹੇ ਮਤਲਬ ਲਏ ਆ ਫੈਸਲੇ, ਜਿਹੜੇ ਕਿ ਲੋਕਾਂ ਨੂੰ ਦਿਖਾਈ ਦਿੰਦਾ ਕਿ ਇਹ ਬਿਲਕੁਲ ਇਹ ਬਾਇਸ ਸੀਗੇ ਅਤੇ ਬਿਲਕੁਲ ਸਰਕਾਰਾਂ ਦੇ ਮਤਲਬ ਮਦਦ ਕਰਨ ਵਾਸਤੇ ਤੇ ਉਹਨਾਂ ਦੇ ਹੁਕਮਾਂ ਨਾ ਕੀਤੇ। ਤੁਹਾਡੇ ਵਿਭਾਗ ਦੇ IG ਕੋਰ ਪ੍ਰਤਾਪ ਸਿੰਘ, ਉਹਨਾਂ ਨੇ ਸਿੱਟ ਦੀ ਭੂਮਿਕਾ ਦੇ ਵਿੱਚ ਬੜਾ ਅੱਛਾ ਰੋਲ ਨਿਭਾਇਆ, ਮੰਨਿਆ ਜਾ ਰਿਹਾ ਹੈ। ਕੀ ਤੁਹਾਨੂੰ ਲੱਗਦਾ ਵੀ ਜਿਹੜੀ ਉਹਨੇ ਰਿਪੋਰਟ ਬਣਾਈ ਸੀਗੀ ਉਹ ਕਿਸ ਹੱਦ ਤੱਕ ਠੀਕ ਸੀਗੀ? ਦੇਖੋ, ਇਹਦੇ ਬਾਰੇ ਤਾਂ ਮੈਂ ਕੀ ਨਹੀਂ ਕਹਿ ਸਕਦਾ ਕਿ ਕਿੱਥੇ ਤੱਕ ਠੀਕ ਸੀ। ਜਦੋਂ ਉਹਨਾਂ ਨੇ ਜਿਹੜੀਆਂ ਗੱਲਾਂ ਬਾਹਰ ਨਿਕਲ ਕੇ ਆਈਆਂ, ਜਦੋਂ ਪੁੱਟਅਪ ਹੋ ਗਈ ਸੀ ਹਾਈ ਕੋਰਟ, ਸੌਰੀ ਆਪਣੇ 9 ਚਲਾਨ ਪੇਸ਼ ਹੋ ਗਏ ਸੀ, 10ਵਾਂ ਹੋ ਜਾਣਾ ਸੀ ਜਾਂ ਚਲੋ ਜੋ ਡਿਲੇ ਹੋ ਗਿਆ, ਮੈਨੂੰ ਰੀਜ਼ਨ ਨਹੀਂ ਪਤਾ। ਜਦੋਂ ਚਲਾਨ ਪੇਸ਼ ਹੀ ਹੋ ਗਏ ਸੀਗੇ, ਫਿਰ ਹਾਈ ਕੋਰਟ ਨੂੰ ਇੰਟਰਵੀਨ ਕਰਨ ਦਾ ਤਾਂ ਮਕਸਦ ਹੀ ਕੋਈ ਨਹੀਂ ਹੈਗਾ ਸੀਗਾ। ਉਹ ਕੋਰਟ ਜੇ ਤਾਂ ਕੋਰਟ ਵਿੱਚ ਨਾ ਜਾਵੇ ਤਾਂ ਕੋਰਟ ਰੋਕੇ, ਕੋਰਟ 'ਚ ਗਏ ਨੂੰ ਕੋਰਟ ਰੋਕੇ, ਤਾਂ ਨਵੀਆਂ ਚੀਜ਼ਾਂ ਪੈਦਾ ਹੋਈਆਂ ਨਾ। ਕੀ ਸੀ ਕੀ ਨਹੀਂ ਉਹ ਤਾਂ ਉਹਨਾਂ ਨੂੰ ਪਤਾ ਹੋਊਗਾ, ਮਤਲਬ ਕੀ ਉਹਨਾਂ ਨੇ ਕੀਤਾ ਸੀਗਾ। ਮੈਂ ਕਿਹੜਾ ਉਹਦਾ ਪਾਰਟ ਹੈ ਫਿੱਟ ਦਾ, ਪਰ ਜੇ ਕੀਤਾ ਸੀ ਤੇ ਨਹੀਂ ਫਿੱਟ ਸੀ ਤਾਂ ਹੀ ਉਹਨੂੰ ਕੱਟਿਆ ਗਿਆ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਨਾ ਹੈ ਵੀ ਜੋ ਕੀਤਾ ਸੀ ਉਹ ਇਹਨਾਂ ਦੇ ਫਿੱਟ ਨਹੀਂ ਸੀਗਾ। ਜੇ ਫਿੱਟ ਹੁੰਦਾ ਤਾਂ ਫਿਰ ਕਿਹਨੇ ਕਰਨਾ ਸੀਗਾ?
ਤਾਂ ਉਸ ਕਰਕੇ ਉਹਦੇ ਕਰਕੇ ਹੀ ਉਹਨਾਂ ਨੂੰ ਪ੍ਰੋਟੈਸਟ ਵਿੱਚ ਆਪਣਾ ਅਸਤੀਫਾ ਦੇਣਾ ਪਿਆ। ਉਦੋਂ ਬਾਅਦ ਹੁਣ ਉਹਨਾਂ ਨੇ ਆਪ ਪਾਰਟੀ ਜੁਆਇਨ ਕਰ ਲਈ ਹੈ। ਤਾਂ ਮੈਂ ਜ਼ਿਆਦਾ ਉਹਨਾਂ ਨੇ ਆਪਣਾ ਸੋਚ ਸਮਝ ਕੇ ਕੀਤਾ ਹੋਊਗਾ ਕੁਛ, ਇਹਦੇ ਬਾਰੇ ਜ਼ਿਆਦਾ ਟਿੱਪਣੀ ਕਰਨੀ ਮੈਂ ਮੁਨਾਸਬ ਨਹੀਂ ਸਮਝਦਾ ਜੀ। ਹੁਣ ਸਿੱਟ ਦੀ ਕਾਰਵਾਈ ਚੱਲ ਰਹੀ ਹੈ, ਪਹੁੰਚੂ ਕਿਸੇ ਸਿਰੇ ਤੇ? ਜੀ ਅੱਗੇ ਪਹੁੰਚ ਗਈ ਹੈ ਜੀ, ਹੁਣ ਪਹੁੰਚ ਜਾਊ ਜੀ, ਜਿਸ ਤਰ੍ਹਾਂ ਦੀ ਇਹ ਚਾਹੁੰਦੇ ਹੋਣਗੇ। ਪਿਛਲੀ ਵਾਰੀ ਇਹਨਾਂ ਨੇ ਬਚਾਉਣਾ ਸੀਗਾ ਬਾਦਲ ਵਾਲਿਆਂ ਨੂੰ, ਉਹਨਾਂ ਨੇ ਕਸਰ ਕਰਤਾ ਜਿਹੜਾ ਕਿ ਇਹ ਉੱਪਰੋਂ ਹਾਈ ਕੋਰਟ 'ਚੋਂ। ਹੁਣ ਇਹਨਾਂ ਨੂੰ ਡਾਇਰੈਕਸ਼ਨ ਇਹੋ ਜਿਹੀਆਂ ਲੱਗਦੀਆਂ ਕਿ ਇਹਨਾਂ ਨੂੰ ਹੁਣ ਉਹਨਾਂ ਨੇ ਫੜ ਕੇ ਅੰਦਰ ਦੇਣਾ ਹੈਗਾ। ਹੁਣ ਉਹੋ ਜਿਹਾ ਫੈਸਲਾ ਕਰਾ ਲੈਣਗੇ ਜੀ, ਉਹੋ ਜਿਹੀ ਪੁਲਿਸ ਰਿਪੋਰਟ ਦੇ ਦੂਗੀ, ਉਹੋ ਜਿਹੀ ਅਦਾਲਤਾਂ ਮੰਨ ਲੈਣਗੀਆਂ। ਪ੍ਰੋਬਲਮ ਇਹ ਹੈ ਕਿ ਇਹ ਖੇਡਾਂ ਹੁਣ ਦਿਸਦੀਆਂ ਬਹੁਤ ਹੈ, ਵੇਖਣ ਵਾਲੇ ਲੋਕ ਬਹੁਤ ਥੋੜ੍ਹੇ ਜਿਹੇ ਜਾਗ ਗਏ ਹੈ। ਹੁਣ ਜੋ ਖੇਡਾਂ ਖੇਡਦੇ ਸੀ ਅੱਗੇ ਲੋਕਾਂ ਤੱਕ ਪਤਾ ਨਹੀਂ ਲੱਗਦੀਆਂ ਸੀਗੀਆਂ। ਹੁਣ ਜਿਵੇਂ ਮੈਂ ਤੁਹਾਡੇ ਸਾਹਮਣੇ ਸਾਰੀ ਗੱਲ ਕਰ ਰਿਹਾ, ਹੋਰ ਵੀ ਲੋਕ ਹੈਗੇ ਬਹੁਤ ਸੱਚ ਬੋਲ ਰਹੇ ਆ। ਤਾਂ ਇਹ ਜਿਹੜੀਆਂ ਖੇਡਾਂ ਖੇਡਦੇ ਉਹਨੂੰ ਦੱਸਣ ਵਾਸਤੇ ਨਾਲ ਦੀ ਨਾਲ ਲੋਕ ਬੈਠੇ ਆ। ਤੇ ਬਾਕੀ ਇਲੈਕਸ਼ਨ ਇਹ ਦੇਖਦੇ ਆ ਇਹਨਾਂ ਦੇ ਕਿ ਤਮਾਸ਼ੇ ਕੀ ਕੁਛ ਕਰਨਗੇ ਆਉਣ ਵਾਲੇ ਸਮੇਂ 'ਚ। ਤੁਹਾਡਾ ਕਹਿਣ ਦਾ ਮਤਲਬ ਕਿ ਸਿਸਟਮ ਇੰਨਾ ਗੰਧਲਾ ਹੋ ਗਿਆ ਕਿ ਉਸਨੂੰ ਸਾਫ਼ ਕਰਨ ਵਾਸਤੇ ਸੋਚਣ ਵਾਸਤੇ ਬਹੁਤ ਹਿੰਮਤ ਦੀ, ਜ਼ਿਗਰੇ ਦੀ ਲੋੜ ਹੈ, ਜਾਂ ਇੱਕ ਵੱਡੇ ਸਮੂਹ ਨੂੰ ਖੜੇ ਹੋਣ ਦੀ ਲੋੜ ਹੈ। ਤੁਹਾਡੇ ਹੁਣ ਇਸ ਟਾਈਮ ਇਹ ਕੁਝ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਤੁਸੀਂ ਜਾ ਰਹੇ ਹੋ, ਉਹ ਚੱਲ ਰਹੇ ਹੋ ਕੇਸ, ਉਹ ਕਿਹੜੇ ਮਾਮਲੇ? ਕੁਛ ਨਹੀਂ ਜੀ, 3 ਰਿਟਾਂ ਕੀਤੀਆਂ ਸੀਗੀਆਂ, ਆਪਣੀ ਸਸਪੈਂਸ਼ਨ ਨੂੰ ਲੈ ਕੇ, ਆਪਣੀ ਸਿਕਿਉਰਿਟੀ ਨੂੰ ਲੈ ਕੇ, ਆਪਣੇ ਜਿਹੜਾ ਇਹਨਾਂ ਨੇ ਚਾਰਜ ਸ਼ੀਟ ਕੀਤਾ ਸੀ ਮੈਨੂੰ ਲੈ ਕੇ। ਤੋਂ 1.5 ਸਾਲ ਤੋਂ ਪੈਂਡਿੰਗ ਹੈ, 6 ਮਹੀਨੇ ਦੀਆਂ ਤਰੀਕਾਂ ਪੈਂਦੀਆਂ। ਕੋਵਿਡ ਦੇ ਨਾਂ ਤੇ ਇੱਕ ਹੋਰ ਬਹਾਨਾ ਲੱਗਿਆ ਹੋਇਆ ਲੋਕਾਂ ਨੂੰ ਨਾ ਇਨਸਾਫੀ ਲੰਬੀ ਕਰਨ ਵਾਸਤੇ ਇਹਨਾਂ ਹਾਈ ਕੋਰਟਾਂ ਨੂੰ ਜਾਂ ਹੋਰ ਕੋਰਟਾਂ ਨੂੰ। ਕੋਵਿਡ ਦੇ ਨਾਂ ਤੇ ਕੋਈ ਸੁਣਵਾਈ ਨਾ ਕਰੋ, ਕੁਛ ਨਾ ਕਰੋ, ਤਾਂ ਕੁਛ ਵੀ ਨਹੀਂ। ਪਹਿਲੀ ਗੱਲ ਤਾਂ ਉੱਥੋਂ ਉਮੀਦ ਹੀ ਕੋਈ ਨਹੀਂ ਹੈ। ਦੂਜੀ ਗੱਲ ਉਹ ਡਿਲੇ ਕਰੀ ਜਾਂਦੇ ਆ। ਤੀਸਰੀ ਗੱਲ ਮੇਰੀ ਤਾਂ ਇਸ ਦੌਰਾਨ ਤਾਂ ਨੌਕਰੀ ਹੀ ਪੂਰੀ ਹੋ ਜਾਣੀ ਹੈ। ਹੁਣ ਜਦੋਂ ਇੱਕ ਆਦਮੀ ਨੂੰ ਤੁਸੀਂ ਸਸਪੈਂਡ ਰੱਖ ਕੇ ਡਿਸਮਿਸਲ ਤੱਕ, ਉਹਦੀ ਨੌਕਰੀ ਪੂਰੀ ਹੋਣ ਤੱਕ ਲੈ ਗਏ ਹੋ, ਤਾਂ ਇੱਕ ਤਰੀਕੇ ਨਾਲ ਤੁਸੀਂ ਡਿਸਮਿਸ ਹੀ ਕਰ ਦਿੱਤਾ, ਉਹਨੂੰ ਨੌਕਰੀ ਕਰਨ ਦਾ ਮੌਕਾ ਹੀ ਨਹੀਂ ਮਿਲਿਆ। 6 ਮਹੀਨੇ ਤੋਂ ਬਾਅਦ ਤੁਸੀਂ ਸਸਪੈਂਡ ਨਹੀਂ ਰੱਖ ਸਕਦੇ, ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ। ਹਾਈ ਕੋਰਟ ਨੇ ਕੋਈ ਸੁਣਵਾਈ ਨਹੀਂ ਕੀਤੀ, ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਅਤੇ ਇਹਨਾਂ ਨੂੰ ਆਪਦੇ ਜਿਹੜੇ ਫੈਸਲੇ ਚਾਹੀਦੇ ਆ ਅੱਜ ਦਾਇਰ ਕਰਦੇ, ਸਵੇਰੇ ਇਹਨਾਂ ਦੇ ਹੱਕ 'ਚ ਹੁੰਦੇ ਆ। ਤਾਂ ਸੋ ਮੈਂ ਪਹਿਲਾਂ ਜਿਹੜੀ ਗੱਲ ਕਰ ਰਿਹਾ ਉਹੀ ਦੱਸ ਗਿਆ ਵੀ ਇਹ ਸਾਰਾ ਕੁਛ ਆਪਣੇ ਮੁਤਾਬਕ ਹੈ। ਇੱਥੇ ਕਿਸੇ ਨੂੰ ਕੋਈ, ਬਾਕੀ ਤੁਸੀਂ ਗੱਲ ਕੀਤੀ ਹੈ ਵੀ ਗਾਂ ਲੋਕ ਇਕੱਠੇ ਹੋਣ ਦੀ, ਲੋਕ ਤਾਂ ਐਵੇਂ ਇੱਕ ਦੂਜੇ ਨੂੰ ਵੇਖ ਕੇ ਸ਼ਾਇਦ ਇਕੱਠੇ ਹੋ ਜਾਣ। ਜੇ ਤਾਂ 2-2.5 ਸਾਲ ਦੇ ਸੰਘਰਸ਼ ਵਿੱਚ ਮੈਨੂੰ ਤਾਂ ਨਹੀਂ ਕੋਈ ਦਿਖਾਈ ਦਿੱਤਾ ਕੋਈ ਖੜਾ, ਪਰ ਅੰਡਰ ਕਰੰਟ ਹੈਗਾ, ਲੋਕ ਬੈਠ ਰਹੇ ਆ, ਸੋਚ ਰਹੇ ਆ, ਸਿਰ ਜੋੜ ਰਹੇ ਆ। ਤਾਂ ਦੇਖੋ ਸ਼ਾਇਦ ਜਦੋਂ ਇਹ ਆਪਸ 'ਚ ਲੜ ਕੇ ਇੰਨੇ ਕੁ ਕਮਜ਼ੋਰ ਹੋ ਜਾਣਗੇ ਜਾਂ ਹੋ ਚੁੱਕੇ ਆ, ਤੇ ਹੁਣ ਵੀ ਜੇ ਲੋਕ ਨਹੀਂ ਉੱਠਣਗੇ ਤਾਂ ਫਿਰ ਇਹ ਤੋਂ ਬਾਅਦ ਇਹ ਤਾਂ ਵਧੀਆ ਟਾਈਮ ਇਸ ਤੋਂ ਆਉਣਾ ਵੀ ਨਹੀਂ ਹੈ ਕਿਸੇ ਨੂੰ ਸੱਚ ਬੋਲਣ ਵਾਸਤੇ ਜਾਂ ਕੋਈ ਸੱਚੀ ਗੱਲ ਕਰਨ ਵਾਸਤੇ। ਚਲੋ ਇੱਕ ਲਾਸਟ ਕੁਐਸਚਨ ਤੁਹਾਡੇ ਤੋਂ ਕਰਦੀ ਹਾਂ ਕਿ ਤੁਹਾਡੀ ਵਿਭਾਗ ਨਾਲ ਜੁੜੇ ਇੱਕ ਹੈਗੇ ਨੇ ਆਪਣੇ ਪਿੰਕੀ ਕੈਟ ਦੇ ਨਾਮ ਮਸ਼ਹੂਰ ਆ, ਉਹਨਾਂ ਦਾ ਵੀ ਕਹਿਣਾ ਹੈ ਕਿ ਮੈਨੂੰ ਵੀ ਸਿਸਟਮ ਨੇ ਬੜਾ ਖਰਾਬ ਕੀਤਾ। ਜਦੋਂ ਤਾਂ ਉਸ ਲਹਿਰ ਦੇ ਵਿੱਚ ਮੈਨੂੰ ਇਸਤੇਮਾਲ ਕਰਨਾ ਸੀ, ਉਹ 50 ਕੁ ਤਾਂ ਐਨਕਾਊਂਟਰ ਮੰਨਦੇ ਨੇ। ਬਾਕੀ ਚਲੋ ਜੋ ਵੀ ਵਿਭਾਗ ਕਹਿੰਦਾ, ਉਹ ਕਹਿੰਦੇ ਵੀ ਜਦੋਂ ਅਫਸਰ ਨੇ ਕਹਿਤਾ ਉਹ ਕੰਮ ਮੰਨਣਾ ਪੈਂਦਾ, ਉੱਥੇ ਕੁਝ ਨਹੀਂ। ਉਹਨਾਂ ਦੇ ਬਿਆਨ ਦੇ ਮੁਤਾਬਕ ਹੈ। ਉਹਨਾਂ ਨੇ ਜਿਹੜਾ ਹੁਣ ਮਾਮਲਾ ਉਹਨਾਂ ਤੇ ਇੱਕ ਗੋਲੀ ਕਾਂਡ ਦਾ, ਉਹ ਵੀ ਲੁਧਿਆਣੇ ਦਾ ਹੀ ਹੈ ਸ਼ਾਇਦ, ਕੁਮਾਰ ਮੰਡੀ ਦਾ, ਤੇ ਉਹਦੇ ਵਿੱਚ ਉਹ ਕਹਿੰਦੇ ਵੀ ਮੈਂ ਤਾਂ ਦੋਸ਼ੀ ਨਹੀਂ, ਮੈਨੂੰ ਸਜ਼ਾ ਕਟਵਾਈ ਗਈ ਹੈ। ਕੀ ਤੁਹਾਨੂੰ ਲੱਗਦਾ ਵੀ ਉੱਥੇ ਵੀ ਉਹ ਸਿਸਟਮ ਦਾ ਸ਼ਿਕਾਰ ਹੋਏ ਇਸ ਦੇ? ਬਿਲਕੁਲ ਹੋਇਆ ਜੀ। ਪਿੰਕੀ ਦੇਖੋ ਅੱਤਵਾਦ ਦੇ ਵਿੱਚ ਕੰਮ ਕੀਤਾ, ਇਕੱਲੇ ਪਿੰਕੀ ਹਾਈਲਾਈਟ ਹੋ ਗਿਆ, ਅਦਰਵਾਈਜ਼ ਹੋਰ ਬੜੇ ਅਫਸਰ ਸੀ ਜਿਨ੍ਹਾਂ ਨੇ ਕੰਮ ਕੀਤਾ ਇਸ ਤਰੀਕੇ ਨਾਲ, ਜਿਸ ਤਰੀਕੇ ਨਾਲ ਪਿੰਕੀ ਹੋਰੀ ਕਰਦੇ ਰਹੇ। ਬਹੁਤ ਅਫਸਰ ਸੀਗੇ, ਤਾਂ ਮੈਂ ਨਾਮ ਲੈਣ ਦੀ ਮੈਨੂੰ ਉਹਦੀ ਲੋੜ ਨਹੀਂ ਹੈ। ਅਤੇ ਵਾਕਈ ਸ਼ਿਕਾਰ ਹੋਇਆ ਪਿੰਕੀ ਹੋਰਾਂ ਨੇ। ਪਤਾ ਨਹੀਂ ਕਿੰਨੇ ਗਲਤ ਕੰਮ ਉਹਨਾਂ ਤੋਂ ਕਰਵਾ ਲਏ ਹੋਣਗੇ, ਪਰ ਜਿਸ ਮਾਮਲੇ ਵਿੱਚ ਪਿੰਕੀ ਸਜ਼ਾ ਭੁਗਤ ਕੇ ਆਇਆ, ਇਸ ਬਾਰੇ ਮੈਂ 100% ਜਾਣਕਾਰੀ ਰੱਖਦਾ ਕਿ ਉਹਦੇ 'ਚ ਉਹਦਾ ਰੋਲ ਹੀ ਕੋਈ ਨਹੀਂ ਸੀਗਾ। ਸਿਰਫ ਉਹਦਾ ਪਿੰਕੀ ਹੋਣਾ ਹੀ ਨਾਮ ਸੀ, ਉਸੇ ਕਰਕੇ ਕੇਸ ਰਜਿਸਟਰ ਹੋਏ, ਉਸੇ ਕਰਕੇ ਕੋਰਟਾਂ ਨੇ ਉਹਨੂੰ ਸਜ਼ਾ ਕਰ ਦਿੱਤਾ। ਉਹ ਉਸ ਕਤਲ ਦੀ ਸਜ਼ਾ ਭੁਗਤ ਕੇ ਆਇਆ ਜਿਹੜਾ ਉਹਨੇ ਕੀਤਾ ਹੀ ਨਹੀਂ ਹੈ। ਤੇ ਜਿਹੜੇ ਉਹਦੇ ਕੋਲੋਂ ਕਰਵਾਏ ਗਏ ਆ ਪਤਾ ਨਹੀਂ ਕਿੰਨੇ ਅਣਗਿਣਤ, ਉਹਨਾਂ ਬਾਰੇ ਮੈਂ ਉਹਨਾਂ ਦਾ ਕੋਈ ਜ਼ਿਕਰ ਹੀ ਨਹੀਂ ਹੈਗਾ। ਤਾਂ ਇਹੀ ਤਾਂ ਹੈ ਅੰਧੇਰ ਨਗਰੀ ਚੌਪਟ ਰਾਜ ਆ, ਜਦੋਂ ਅੰਨੀ ਪੀਂਦੀ ਹੈ ਤੇ ਕੁੱਤੇ ਚੱਟਦੇ ਆ, ਇਹ ਉਹ ਰਾਜ ਹੈ। ਇਹ ਜੰਗਲ ਰਾਜ ਕਹਿ ਲਓ, ਇਹਨੂੰ ਜੋ ਮਰਜ਼ੀ ਕਹਿ ਲਓ, ਕੀਤੀਆਂ ਨਾਲ ਕੋਈ ਭੁਗਤ ਨਹੀਂ ਸਕਦਾ, ਜਿਹੜੀਆਂ ਨਹੀਂ ਕੀਤੀਆਂ ਤੁਹਾਡੇ ਗਲ ਪੈ ਜਾਂਦੀਆਂ। ਤਾਂ ਪਿੰਕੀ ਅੱਤਵਾਦ ਵਿੱਚ ਕੰਮ ਉਹਨਾਂ ਨੇ ਕੀਤਾ ਉਸ ਟਾਈਮ। ਜੇ ਅੱਤਵਾਦ ਖਤਮ ਨਾ ਹੁੰਦਾ ਤਾਂ ਅੱਜ ਪੰਜਾਬ ਵਿੱਚ ਇੱਥੇ ਇਸ ਹਾਲਾਤਾਂ 'ਚ ਨਾ ਹੁੰਦਾ। ਉਹ ਚੀਜ਼ਾਂ ਤਾਂ ਲੋਕ ਭੁੱਲ ਗਏ, ਸਮਾਂ ਅਸੀਂ ਲੋਕ ਪੰਜਾਬੀ ਬੜੀ ਜਲਦੀ ਭੁੱਲ ਜਾਂਦੇ। ਅਤੇ ਹੁਣ ਜਿਹੜਾ ਅੱਤਵਾਦ ਪੋਲੀਟੀਸ਼ਨ ਦਾ ਆਇਆ ਹੋਇਆ, ਤਾਂ ਉਸ ਤੋਂ ਵੀ ਖਤਰਨਾਕ ਹੈ। ਉਹ ਅੱਤਵਾਦ ਨਾਲ ਤਾਂ ਇਹ ਅੱਤਵਾਦ ਜਿਹੜਾ ਹੈਗਾ, ਇਹ ਜਿਹੜੇ ਚਿੱਟੇ ਕੱਪੜੇ ਪਾ ਕੇ ਅੱਤਵਾਦੀ ਬੈਠੇ ਸਾਡੇ 'ਤੇ ਰਾਜ ਕਰ ਰਹੇ ਆ, ਤਾਂ ਬਹੁਤ ਖਤਰਨਾਕ ਹੈ। ਤੇ ਯਾਨੀ ਚਿੱਟੇ ਕੱਪੜਿਆਂ ਵਾਲੇ ਅੱਤਵਾਦੀ ਜ਼ਿਆਦਾ ਖਤਰਨਾਕ, ਬਹੁਤ ਜ਼ਿਆਦਾ ਖਤਰਨਾਕ ਹੈ, ਬਹੁਤ ਜ਼ਿਆਦਾ ਖਤਰਨਾਕ। ਉਹ 'ਚ ਮੈਂ ਇਹਦਾ ਤਾਂ ਆਸ਼ੂ ਦਾ ਤਾਂ ਚਿਹਰਾ ਹੀ ਨੰਗਾ ਕੀਤਾ। 4 ਕਤਲ ਤੇ ਇੱਕ ਬੰਬ ਬਲਾਸਟ ਜਿਹਦੇ ਖਾਤੇ ਬੋਲਦਾ ਹੋਵੇ, ਤੇ ਉਹ ਸਭ ਤੋਂ ਚਹੇਤਾ ਮਿਨਿਸਟਰ ਹੋਵੇ ਇਸ ਕੈਬਨਿਟ ਦਾ, ਤੇ ਉਹ ਕੈਬਨਿਟ ਵੀ ਖੂਹ 'ਚ ਡੁੱਬ ਕੇ ਮਰੇ, ਤੇ ਉਹਨੂੰ ਚਲਾਉਣ ਵਾਲਾ ਵੀ ਤੇ ਉਹਨੂੰ ਬਣਾਉਣ ਵਾਲੇ ਵੀ, ਸਭ ਨੂੰ ਮਤਲਬ ਸ਼ਰਮ ਨਾਲ ਮਰ ਜਾਣਾ ਚਾਹੀਦਾ। ਚਲੋ ਇੱਕ ਇਹਦੇ ਨਾਲ ਹੀ ਜੁੜਿਆ ਕੁਝ ਜੇ ਚਿੱਟੇ ਜਾਨੀ ਅੱਤਵਾਦੀਆਂ ਦੀ ਤੁਸੀਂ ਗੱਲ ਕੀਤੀ ਹੈ, ਬੜੀ ਵੱਡੀ ਸੰਗਿਆ ਦਿੱਤੀ ਹੈ। ਤੁਸੀਂ ਇਹ ਦੱਸੋ ਕਿ ਵੀ ਹੁਣ ਸਿੱਧੂ ਸਾਹਿਬ ਬੜੀ ਉੱਚੀ, ਜਿਵੇਂ ਤੁਸੀਂ ਕਹਿੰਦੇ ਵੀ ਉਹ ਤਾਂ ਪੱਤਰਕਾਰਾਂ ਨੂੰ ਨਹੀਂ ਬੋਲਣ ਦਿੰਦੇ, ਲਗਾਤਾਰ ਆਪਦੀਆਂ ਗੱਲਾਂ ਕਰ ਰਹੇ ਨੇ, ਤੇ ਉਹ ਐਡੇ ਦਾਅਵੇ ਕਰ ਰਹੇ ਨੇ ਕਿ ਜੇ ਮੈਨੂੰ ਇਹ ਸਿਸਟਮ ਬਦਲਣ, 2 ਪਰਿਵਾਰ ਖਰਾਬ ਕਰ ਰਹੇ ਪੰਜਾਬ ਨੂੰ, ਜੇ ਉਹਨੂੰ ਮੌਕਾ ਦਿੱਤਾ ਜਾਂਦਾ ਤਾਂ ਉਹ ਬਦਲ ਦੇਣਗੇ। ਕੀ ਤੁਹਾਨੂੰ ਲੱਗਦਾ, ਤੁਸੀਂ ਉਹਦੇ ਨਾਲ ਇੱਕ ਤਜਰਬਾ ਵੀ ਰਿਹਾ ਤੁਹਾਡਾ, ਵੀ ਕੀ ਲੱਗਦਾ ਵੀ ਉਹ ਜਿਹੜੀਆਂ ਗੱਲਾਂ ਤੇ ਪੂਰੇ ਉੱਤਰ ਦੀ ਸੰਭਾਵਨਾ ਹੈ ਉਹਨਾਂ ਦੀ? ਨਹੀਂ ਜੀ, ਉਹ ਇੱਦਾਂ ਨੂੰ ਭੁਲਾ ਦੇਣਗੇ ਜਦੋਂ ਮੌਕਾ ਮਿਲ ਗਿਆ। ਜੇ ਰੱਬ ਲੋਕਾਂ ਨੇ ਮੂਰਖ ਬਣ ਕੇ ਇੱਕ ਵਾਰੀ ਇਹਨਾਂ ਨੂੰ ਚੁਣ ਲਿਆ, ਤੇ ਇਹ ਇਹਨਾਂ ਨੂੰ ਚੰਗੇ ਸਾਬਤ ਕਰ ਦੂਗਾ
ਕਿਸੇ ਦੇ ਇਤਬਾਰ ਨਹੀਂ ਕਰਨਾ, ਠੀਕ ਹੈ, ਕਿਸੇ ਨੂੰ ਨਾ ਕਿਸੇ ਦੀ ਨੌਲੇਜ ਹੈ। 2.5 ਸਾਲ ਮਹਿਕਮਾ ਚਲਾਇਆ, ਉਹਦਾ ਬੇੜਾ ਗਰ ਕੀਤਾ। ਇੱਕ ਕੰਮ ਦੱਸੇ ਮੈਨੂੰ ਜਿਹੜਾ ਉਹਨੇ ਵਧੀਆ ਕੀਤਾ ਹੋਵੇ। ਇੱਕ ਫਾਈਲ ਦੀ ਮੈਂ ਇਨਕੁਆਇਰੀ ਕੀਤੀ ਹੈ, ਉਹਦੇ ਜਲੂਸ ਨਿਕਲਿਆ ਹੋਇਆ ਸਾਰਾ, ਹਰ ਥਾਂ ਗਲਤ ਸਾਈਨ ਹੋਏ ਦੇ, ਭਾਵੇਂ ਸੈਂਕੜੇ ਫਾਈਲਾਂ ਲਿਆ ਦਿਓ, ਮੈਂ ਇਨਕੁਆਇਰੀ ਕਰ ਦਿੰਦਾ ਜੇ ਇੱਕ ਵੀ ਠੀਕ ਹੋਵੇ। ਤਾਂ ਉਹ ਤੋਂ ਬੰਦੇ ਤੋਂ ਕੀ ਉਮੀਦ ਹੈ? ਉਹ ਤਾਂ ਐਵੇਂ ਉੱਚੀ ਬੋਲ ਕੇ ਲੋਕਾਂ ਨੂੰ ਭਰਮਾਉਣ ਵਾਸਤੇ ਤਮਾਸ਼ੇ ਕਰ ਰਿਹਾ। ਕੋਈ ਗੱਲ ਨਹੀਂ, ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ, ਤੇ ਲੋਕਾਂ ਨੂੰ ਜਿਹੜੇ ਭੁਲੇਖੇ ਉਹਦੇ ਬਾਰੇ ਹੈਗੇ ਹੌਲੀ ਹੌਲੀ ਦੂਰ ਹੋ ਜਾਣਗੇ। ਉਹਨੇ ਆਪ ਬਥੇਰੇ ਕਰਤੇ ਆ, ਜਦੋਂ ਬੋਲਣਾ ਸੀ ਉਦੋਂ ਬੋਲੇ ਨਹੀਂ, ਜਦੋਂ ਮਤਲਬ ਸਾਰੇ ਬੋਲੀ ਜਾਂਦੇ, ਹੁਣ ਬੋਲਣ ਦੀ ਕੀ ਕੀਮਤ ਹੈਗੀ? ਇੱਕ ਲੜਾਈ ਜਿਹੜੀ ਉਹਦੀ ਸ਼ੁਰੂ ਕੀਤੀ ਉਹਨੂੰ 2 ਸਾਲ ਤੋਂ ਇੱਕ DSP ਲੈਵਲ ਦਾ ਆਦਮੀ ਸੜਕ ਤੇ ਖੜ ਰਿਹਾ, ਉਹਦੇ ਬਾਰੇ ਤਾਂ ਕਰੇ ਜ਼ਬਾਨ ਨਹੀਂ ਹਿੱਲੀ ਇਹਦੀ। ਅਦਰਵਾਈਜ਼ ਆਪਣਾ ਤਾਂ ਬੋਲੇ ਬਿਨਾਂ ਸਰਿਆ ਹੀ ਨਹੀਂ ਜਾਂਦਾਗਾ। ਤਾਂ ਫਿਰ ਇਹਦੇ ਬੋਲਣ ਦੀ ਕੀ ਵੈਲਿਊ ਹੈਗੀ ਹੈ? ਇਹ ਬੋਲਣਾ ਤਾਂ ਸਵਾਰਥ ਹੀ ਹੈ, ਆਪਣੇ ਹਿੱਤਾਂ ਦੀ ਖਾਤਰ ਹੈ, ਤੇ ਇਹ ਲੋਕਾਂ ਨੂੰ ਪਤਾ ਵੀ ਲੱਗ ਜਾਊਗਾ। ਤੇ ਕੋਈ ਗੱਲ ਨਹੀਂ, ਮੈਂ ਕਹਿੰਦਾ ਦੇਵੇ ਪ੍ਰਮਾਤਮਾ ਮੌਕਾ ਇਹਨੂੰ, ਤਾਂ ਕਿ ਲੋਕਾਂ ਦੇ ਭੁਲੇਖੇ ਦੇ ਬਾਰੇ ਵੀ ਨਿਕਲ ਜਾਣਗੇ। ਇਹ ਸਨ DSP ਸੇਖੋਂ ਸਾਹਿਬ, ਜਿਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪੁਣ ਛਾਣ ਕੇ ਕੁਛ ਇੱਕ ਗੱਲਾਂ ਨਿਕਲੀਆਂ ਨੇ, ਦਰਸ਼ਕਾਂ ਨੇ ਵੀ ਸੁਣ ਲਈਆਂ ਨੇ। ਨਿਕਲਿਆ ਇਹ ਹੈ ਕਿ ਜਿਹੜੇ ਸਿੱਧੂ ਸਾਹਿਬ ਬੋਲ ਰਹੇ ਨੇ ਉਹਨਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ। ਜੋ ਇਹਨਾਂ ਨੂੰ ਇੱਕ ਇਨਕੁਆਇਰੀ ਦਿੱਤੀ ਸੀ, ਉਹ ਵੀ ਹਜੇ ਤੱਕ ਫਾਈਲਾਂ 'ਚ ਬੰਦ ਹੋ ਕੇ ਰਹਿ ਗਈ ਹੈ, ਉਹ ਵੀ ਕਿਸੇ ਸਿਰੇ 'ਤੇ ਨਹੀਂ ਪਹੁੰਚੀ। ਹਾਲਾਂਕਿ ਉਹ ਐਡੇ ਵੱਡੇ ਵਾਅਦੇ ਕਰ ਰਹੇ ਨੇ, ਟਰਾਂਸਪੋਰਟ ਮਾਫੀਆ, ਨਸ਼ਾ ਮਾਫੀਆ ਸਾਰਾ ਖਤਮ ਕਰ ਦੇਣ, ਤੇ ਉਹ ਕਹਿ ਰਹੇ ਵੀ ਇਹ ਮਿਲ ਕੇ ਜੋ ਪਰਿਵਾਰ ਕਰਦੇ ਨੇ ਇਹ ਨਹੀਂ ਕਰ ਦਿੰਦੇ। ਜੇ ਮੈਨੂੰ ਮੌਕਾ ਦੇਣ ਤਾਂ ਇਨਡਾਇਰੈਕਟਲੀ ਕਹਿੰਦੇ ਆ ਵੀ ਮੈਂ ਕਰ ਦੇਵਾਂਗਾ। ਪਰ ਉਹਨਾਂ ਦਾ ਪਿਛਲਾ ਅਤੀਤ ਜਿਹੜਾ ਉਹਨਾਂ ਨੂੰ ਵਿਭਾਗ ਦਿੱਤਾ ਗਿਆ ਸੀ, ਉਹਨਾਂ ਦੇ ਵਿੱਚ ਜਿਹੜੇ ਯਾਨੀ ਸਾਕਸ਼ਾਤ ਜਿਨ੍ਹਾਂ ਨੇ ਦੇਖਿਆ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਕਾਰਜਕਾਰੀ ਕੋਈ ਬਾਹਲੀ ਵਧੀਆ ਨਹੀਂ, ਤੇ ਉਹਨਾਂ ਨੂੰ ਜਾਣਕਾਰੀਆਂ ਵੀ ਨਹੀਂ ਹੈ ਬਹੁਤ। ਇਹ ਗੱਲਾਂ ਹੋ ਗਈਆਂ। ਬਾਕੀ ਇਹਨਾਂ ਦੇ ਜਿਹੜੇ ਜੁੜੇ ਵਿਭਾਗ ਨਾਲ ਗੱਲਬਾਤ ਕੀਤੀ ਹੈ, ਉਹਦੇ ਵਿੱਚ ਇਹਨਾਂ ਦਾ ਤਜਰਬਾ ਕਹਿੰਦਾ ਕਿ ਜੋ ਇਹਨਾਂ ਨੇ ਦੇਖਿਆ ਕਿ ਕ੍ਰਾਈਮ ਤੇ ਕ੍ਰਿਮੀਨਲ ਇੱਕ ਪੁਲਿਸ ਹੀ ਪੈਦਾ ਕਰਦੀ ਹੈ, ਤੇ ਉਹਦੇ ਸਪੋਰਟ ਬਹੁਤ ਵੱਡੇ ਜੁੜ ਕੇ, ਯਾਨੀ ਜਿਹਨੂੰ ਸਿਆਸੀ ਅੱਤਵਾਦੀ ਕਿਹਾ, ਯਾਨੀ ਕਿ ਵਾਈਟ ਕੱਪੜਿਆਂ ਵਾਲੇ, ਚਿੱਟੇ ਕੱਪੜਿਆਂ ਵਾਲੇ, ਬਗਲੇ ਭਗਤ ਕਿਹਾ ਜਾ ਸਕਦਾ, ਉਹ ਮਿਲ ਕੇ ਕੰਮ ਕਰਦੇ ਨੇ। ਇਹ ਸਿਸਟਮ ਇੰਨਾ ਗੰਦਲਾ ਹੋ ਗਿਆ ਹੈ ਕਿ ਜਿਸ ਨੂੰ ਸਾਫ਼ ਕਰਨ ਵਾਸਤੇ ਬੜਾ ਮੁਸ਼ਕਿਲ ਕੰਮ ਹੈ, ਜਿਨ੍ਹਾਂ ਦਾ ਪ੍ਰਭਾਵ ਅਦਾਲਤਾਂ ਤੱਕ ਵੀ ਪਹੁੰਚ ਗਿਆ, ਕਿਉਂਕਿ ਇਹ ਵੀ ਇੱਕ ਅਦਾਲਤ ਦੀ ਲੜਾਈ ਲੜ ਰਹੇ ਨੇ। ਅਦਾਲਤਾਂ ਵੀ ਉਹਨਾਂ ਦੇ ਪ੍ਰਭਾਵ ਹੇਠ ਫੈਸਲੇ ਕਰਦੀਆਂ ਨਜ਼ਰ ਆ ਰਹੀਆਂ ਨੇ। ਆਉਣ ਦੇ ਦਿਨਾਂ ਦੇ ਵਿੱਚ ਉਹਨਾਂ ਇੱਕ ਗੱਲ ਹੋਰ ਵੀ ਕਹੀ ਹੈ ਵੀ ਕੋਈ ਗੱਲ ਨਹੀਂ, ਜੇ ਸਿੱਧੂ ਸਾਹਿਬ ਇੰਨਾ ਬੋਲ ਰਹੇ ਨੇ ਤੇ ਜੇ ਮੌਕਾ ਮਿਲ ਗਿਆ ਤਾਂ ਦੇਖਦੇ ਹਾਂ ਕੀ ਕਰਦੇ ਆ। ਵਾਕਈ ਇਹ ਗੱਲ ਲੋਕਾਂ ਨੂੰ ਵੀ ਦੇਖਣ ਵਾਲੀ ਹੈ ਕਿ ਜੋ ਹਮੇਸ਼ਾ ਸਿੱਧੂ ਲਗਾਤਾਰ ਜਿੱਤਦੇ ਆ ਰਹੇ ਨੇ, MP ਦੀ ਚੋਣ, MLA ਦੀ ਚੋਣ, ਰਾਜ ਸਭਾ ਦੇ ਮੈਂਬਰ ਵੀ ਰਹੇ, ਦੂਸਰੀ ਪਾਰਟੀ ਵਿੱਚ ਵੀ ਆ ਗਏ। ਹਾਲਾਂਕਿ ਵਿਰੋਧੀ ਧਿਰਾਂ ਉਹਨਾਂ 'ਤੇ ਬੜੀਆਂ ਦੋਸ਼ ਵੀ ਲਾਉਂਦੀਆਂ ਨੇ ਕਿ ਜਿਹੜੀ ਫਿਰਕਾ ਪ੍ਰਸਤ ਮੰਨੀ ਜਾਂਦੀ ਪਾਰਟੀ ਦੇ ਵਿੱਚ ਵੀ ਰਹੇ ਨੇ, ਤੇ ਉਸ ਤੋਂ ਬਾਅਦ ਕਾਂਗਰਸ 'ਚ ਆ ਕੇ ਇਹੋ ਜਿਹਾ ਕੀ ਕਰ ਦੇਣਗੇ। ਪਰ ਦੇਖਣਾ ਇਹੀ ਹੈ ਕਿ ਲੋਕਾਂ ਦਾ ਬੜਾ ਵਿਸ਼ਵਾਸ ਹੈ ਉਹਨਾਂ 'ਤੇ, ਤੇ ਉਹਨਾਂ ਦੇ ਕਹਿਣ ਦੇ ਤਰੀਕੇ ਵੀ ਇਸ ਤਰ੍ਹਾਂ ਦੇ ਹੈ ਕਿ ਲੱਗਦਾ ਕਿ ਸਾਰੀ ਸਰਕਾਰ ਹੀ ਮਾੜੀ ਹੈ, ਕਿ ਇੱਕੋ ਬੰਦਾ ਠੀਕ ਹੈ। ਇਹ ਆਉਣ ਵਾਲੇ ਦਿਨਾਂ 'ਚ ਠੀਕ ਪਤਾ ਲੱਗੇਗਾ ਕਿ ਇੱਕੋ ਠੀਕ ਸੀ ਜਾਂ ਸਾਰੇ ਗਲਤ ਸੀ। ਲਗਾਤਾਰ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।